ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਉਸ ਦਿਨ ਤੋਂ ਲੈ ਕੇ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਲੱਗ ਰਿਹਾ ਸਾਨੂੰ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੂੰ ਕਿ ਸ਼ਾਇਦ ਸੱਚੀ ਮੁੱਚੀ ਪੰਜਾਬ ਦੇ ਵਿੱਚ ਕ੍ਰਾਂਤੀ ਆਉਣ ਵਾਲੀ ਹੈ। ਜਦੋਂ ਭਗਤ ਸਿੰਘ ਏਜੰਡੇ ਤੇ ਆ ਗਿਆ ਤੇ ਫਿਰ ਉਹਦੇ ਬਾਰੇ ਇਹ ਵੀ ਹੈ ਕਿ ਉਹ ਲਾਜ਼ਮੀ ਉਹਨੂੰ ਜਾਣਨ ਵਾਲੇ ਪਾਸੇ ਵੀ ਤੁਰੇਗੀ। ਸੋ ਜਿੰਨੀ ਕੁ ਡਿਵੈਲਪਮੈਂਟ ਭਗਤ ਸਿੰਘ ਦੇ ਨਾਂ ਤੇ ਵਾਇਰਲ ਹੋਈ ਹੈ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ। ਫਿਰ ਉਹ ਤਸਵੀਰਾਂ ਸਾਡੇ ਮਨਾਂ ਦੇ ਵਿੱਚ ਵੀ ਲੱਗਣ। ਫਿਰ ਕੱਲਾ ਤਸਵੀਰਾਂ ਤੱਕ ਨਹੀਂ ਸੀਮਤ, ਭਗਤ ਸਿੰਘ ਦੀਆਂ ਤਸਵੀਰਾਂ ਦੇ ਪਿੱਛੇ ਇੱਕ ਫਿਲਾਸਫੀ ਹੈ। ਫਿਰ ਉਹ ਫਿਲਾਸਫੀ ਸਾਡੇ ਨੌਜਵਾਨ ਪੀੜ੍ਹੀ ਦੇ ਮਨਾਂ ਦਾ ਹਿੱਸਾ ਬਣੇ। ਜਿਹੜਾ ਯੂਥ ਹੈ ਉਹ ਸਮਝਦਾ ਹੈ ਕਿ ਭਗਤ ਸਿੰਘ ਦੀ ਫਿਲਾਸਫੀ ਕੀ ਸੀ, ਜਾਂ ਸਿਰਫ ਇੰਨਾ ਹੀ ਆ ਕਿ ਭਗਤ ਸਿੰਘ ਇਸ ਸਟਾਈਲ ਦੀ ਪੱਗ ਬੰਨ੍ਹਦਾ ਹੁੰਦਾ ਸੀ, ਭਗਤ ਸਿੰਘ ਇਸ ਸਟਾਈਲ ਦੀ ਟੋਪੀ ਲੈਂਦਾ ਹੁੰਦਾ ਸੀ। ਉਸ ਤੋਂ ਅੱਗੇ ਸਿਰ ਦੇ ਵਿੱਚ ਕੀ ਹੁੰਦਾ ਸੀ, ਕੀ ਉਹ ਲੋਕਾਂ ਤੱਕ ਸੋਚ ਪਹੁੰਚਦੀ ਹੈ? ਪਰ ਭਗਤ ਸਿੰਘ ਨੇ ਕਦੇ ਵੀ ਆਪਣੀ ਲਾਈਫ ਦੇ ਵਿੱਚ ਕਦੇ ਬਸੰਤੀ ਪੱਗ ਨਹੀਂ ਬੰਨੀ ਸੀ। ਨਵੀਂ ਸਰਕਾਰ ਵਾਕਈ ਉਹਨਾਂ ਨੇ ਕੁਝ ਇਹੋ ਜਿਹੀਆਂ ਪਾਲਿਸੀਜ਼ ਇੰਟਰੋਡਿਊਸ ਕਰਨ ਦੀ ਸੋਚੀ ਹੋਈ ਹੈ, ਆਪਣੇ ਉਹਨਾਂ ਦੇ ਏਜੰਡਾ ਦੇ ਉੱਤੇ ਹੈਗੀਆਂ ਜਿਨ੍ਹਾਂ ਦੇ ਨਾਲ ਲੱਗੇ ਕਿ ਹਾਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਨੇੜੇ ਜਾ ਰਹੇ ਹਾਂ। ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਗੱਲ ਆਈ ਹੈ ਤੇ ਭਗਤ ਸਿੰਘ ਨੇ ਇਸ ਗੱਲ ਨੂੰ ਕਲੀਅਰ ਕੀਤਾ ਸੀਗਾ ਕਿ ਸਾਡਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ ਚਾਹੁੰਦੇ ਹਾਂ। ਇਹ ਉਹਦੀ ਫਿਲਾਸਫੀ ਹੈ ਸਮਾਜਵਾਦੀ ਸਮਾਜ ਦੀ। ਉਹਨਾਂ ਤੇ ਮਾਣ ਕਰ ਸਕਦੇ ਹਾਂ ਕਿ ਉਹਨਾਂ ਨੇ ਕੋਈ ਗੁੰਜਾਇਸ਼ ਨਹੀਂ ਛੱਡੀ ਕਿ ਇਕੱਲਾ ਕੋਈ ਇਨਕਲਾਬ ਜਿੰਦਾਬਾਦ ਦਾ ਨਾਅਰਾ ਲੈਤਾ, ਇਕੱਲਾ ਇਹ ਕਹਿਤਾ ਕਿ ਅਸੀਂ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ ਹੈ। बहुत बहुत स्वागत है। यह है द नवजोत ढिल्लोंवाल लैके हाज़र हुई हैं कुछ ख्याल कुछ सवाल। शहीद आज़म भगत सिंह का शहीदी दिहाड़ा नेड़े आ रहा है तो इन्हां दिनां दे विच शहीद आज़म भगत सिंह की गलबात बहुत ज़्यादा हो रही है। जदों दी आम आदमी पार्टी सत्ता दे विच आई है उस दिन तो लैके शहीद आज़म भगत सिंह बारे बहुत सारियां गल्लां होणियां शुरू हो गईयां। इस तरह लग रहा सानूं विदेशों दे विच बैठियां नूं कि शायद सच्ची मुच्ची पंजाब दे विच क्रांति आउण वाली है। अज इसे सिलसिले दे विच गलबात करना चाहुंदे आ एक नौजवान दे नाल जिहड़े कि भगत सिंह दे सुपनियां दा पंजाब, भगत सिंह दे सुपनियां दा भारत देखना चाहुंदे ने। अज जिस शख्सियत दे नाल मैं मुलाकात करवाउण जा रही हां उन्हां दा नाम है सुखजिंदर महेसरी। सुखजिंदर महेसरी हुणां बारे दसां कि वो ऑल इंडिया यूथ फैडरेशन दे नैशनल प्रेजिडेंट ने। ऑल इंडिया यूथ फैडरेशन के नैशनल प्रेजिडेंट सुखजिंदर महेसरी मेरे नाल ने। सुखजिंदर जी, जी आया नूं, स्वागत है तुहाडा। सत श्री अकाल जी। सत श्री अकाल। सो सानू बाहर बैठे नूं इस तरह लग रहा है कि जिवें शहीद भगत सिंह का सुपना सच होने वाला है। तुसीं पंजाब दे विच बैठे हो, विचों गुजर रहे हो, हर एक पल पल तुसीं नज़र रख रहे हो कि की हो रहा है। एक गलों तो बहुत चंगा महसूस हो रहा है कि शहीद भगत सिंह की गल चल रही है तो नाल किते किते इत्थे बैठिया नूं सानूं इस तरह लगता कि हाँ शायद सही मायनिਆਂ ਦੇ ਵਿੱਚ ਜਿਹੜੀ आज़ादी है वो हुण आ जानी है। तुसीं किस तरह देखते हो इन्हां सारियां डिवेलपमेंट्स नूं? देखो जी, ਜਿਹੜੀ ਨਵੀਂ ਡਿਵੈਲਪਮੈਂਟ ਪੰਜਾਬ ਦੇ ਵਿੱਚ ਨਵੀਂ ਗਵਰਨਮੈਂਟ ਬਣੀ ਹੈ ਉਹਦੇ 'ਚ ਜਿਹੜਾ ਕੁਛ ਹੁਣ ਹੋ ਰਿਹਾ ਕਾਫੀ ਕੁਛ ਹੈ ਜਿਹਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਕਿਉਂਕਿ ਜੇ ਖੜਕੜ ਕਲਾਂ ਦੀ ਗੱਲ ਕਰਦੇ ਆ ਪੂਰੇ ਵਰਲਡ ਦੇ ਵਿੱਚ ਇਹ ਪਿਛਲੇ ਕੁਝ ਦਿਨਾਂ ਤੋਂ ਇਹ ਸ਼ਬਦ ਗੂੰਜ ਰਿਹਾ। ਇਸੇ ਤਰ੍ਹਾਂ ਭਗਤ ਸਿੰਘ ਦੀ ਜੇ ਗੱਲ ਕਰਦੇ ਆ ਤੇ ਉਹ ਵੀ ਨੌਜਵਾਨਾਂ ਦੀ ਜ਼ੁਬਾਨ ਤੇ ਹੋਵੇ, ਚਾਹੇ ਦੇਸ਼ ਦੇ ਵਿੱਚ ਹੋਵੇ ਚਾਹੇ ਵਿਦੇਸ਼ ਦੇ ਵਿੱਚ ਹੋਵੇ, ਭਗਤ ਸਿੰਘ ਦੀ ਇੱਕ ਤਸਵੀਰ ਆ ਉਹ ਜਾਣ ਦਾ ਕੰਮ ਹੋਇਆ। ਜਿੱਥੋਂ ਤੱਕ ਭਗਤ ਸਿੰਘ ਦੇ ਸੁਪਨਿਆਂ ਦਾ ਸਵਾਲ ਆ ਜਾਂ ਉਹਦੇ ਖਿਆਲਾਂ ਦਾ ਸਵਾਲ ਆ ਕਿ ਉਹ ਕਿਸ ਤਰ੍ਹਾਂ ਦਾ ਸੀਗਾ, ਉਹ ਜਦੋਂ ਨੌਜਵਾਨ ਪੀੜ੍ਹੀ ਖਾਸ ਕਰਕੇ ਆ ਜਾਂ ਲੋਕ ਆ ਜਦੋਂ ਭਗਤ ਸਿੰਘ ਏਜੰਡੇ ਤੇ ਆ ਗਿਆ ਤੇ ਫਿਰ ਉਹਦੇ ਬਾਰੇ ਇਹ ਵੀ ਹੈ ਕਿ ਉਹ ਲਾਜ਼ਮੀ ਉਹਨੂੰ ਜਾਣਨ ਵਾਲੇ ਪਾਸੇ ਵੀ ਤੁਰੇਗੀ। ਸੋ ਜਿੰਨੀ ਕੁ ਡਿਵੈਲਪਮੈਂਟ ਭਗਤ ਸਿੰਘ ਦੇ ਨਾਂ ਤੇ ਵਾਇਰਲ ਹੋਈ ਹੈ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ। ਸ਼ਹੀਦ ਭਗਤ ਸਿੰਘ ਦੀ ਫੋਟੋ ਕਹਿੰਦੇ ਕਿ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਲੱਗੇਗੀ। ਉਹਦੇ ਨਾਲ ਤੁਹਾਨੂੰ ਲੱਗਦਾ ਕਿ ਮੁੜ ਕੇ ਸ਼ਹੀਦ ਭਗਤ ਸਿੰਘ ਦੀ ਜਦੋਂ ਤਸਵੀਰ ਸਾਹਮਣੇ ਆਏਗੀ ਉਹਦਾ ਵੀ ਕੋਈ ਖਾਸ ਪ੍ਰਭਾਵ ਪਏਗਾ ਆਮ ਲੋਕਾਂ ਦੇ ਉੱਤੇ?
ਬਿਲਕੁਲ ਜੀ, ਸਾਡੇ ਘਰਾਂ ਦੇ ਵਿੱਚ ਜੇ ਤਸਵੀਰਾਂ ਲੱਗੀਆਂ, ਸਾਡੇ ਕੋਈ ਮੋਟਰਸਾਈਕਲਾਂ ਦੇ ਨੌਜਵਾਨਾਂ ਤੇ ਤਸਵੀਰਾਂ ਲੱਗੀਆਂ, ਤੇ ਫਿਰ ਇਸ ਤੋਂ ਅਗਲਾ ਹੀ ਫਸਟ ਸਟੈਪ, ਫਿਰ ਉਹ ਤਸਵੀਰਾਂ ਸਾਡੇ ਮਨਾਂ ਦੇ ਵਿੱਚ ਵੀ ਲੱਗਣ। ਫਿਰ ਕੱਲਾ ਤਸਵੀਰਾਂ ਤੱਕ ਨਹੀਂ ਸੀਮਤ, ਭਗਤ ਸਿੰਘ ਦੀਆਂ ਤਸਵੀਰਾਂ ਦੇ ਪਿੱਛੇ ਇੱਕ ਫਿਲਾਸਫੀ ਹੈ। ਫਿਰ ਉਹ ਫਿਲਾਸਫੀ ਸਾਡੇ ਨੌਜਵਾਨ ਪੀੜ੍ਹੀ ਦੇ ਮਨਾਂ ਦਾ ਹਿੱਸਾ ਬਣੇ। ਉਹਦੇ ਲਈ ਫਿਰ ਜਿਹੜੀ ਖਾਸ ਕਰਕੇ ਨੌਜਵਾਨ ਪੀੜ੍ਹੀ ਹੈ ਉਹਨੂੰ ਕੰਮ ਕਰਨਾ ਪਏਗਾ ਕਿ ਭਗਤ ਸਿੰਘ, ਜੇ ਭਗਤ ਸਿੰਘ ਦੀ ਇੱਕ ਪੱਗ ਆ ਜਾਂ ਭਗਤ ਸਿੰਘ ਦੀ ਇੱਕ ਤਸਵੀਰ ਆ, ਉਹ ਤਸਵੀਰ ਕੱਲੀ ਇੱਕ ਭਗਤ ਸਿੰਘ ਦੀ ਇੱਕ ਵਿਅਕਤੀ ਦੀ ਤਸਵੀਰ ਨਹੀਂ, ਉਹ ਇੱਕ ਵਿਚਾਰਧਾਰਾ ਨੂੰ ਰਿਪਰੈਜ਼ੈਂਟ ਕਰਦੀ ਹੈ। ਸੋ ਉਸ ਤਸਵੀਰ ਦੇ ਰਾਹੀਂ ਫਿਰ ਉਹ ਵਿਚਾਰਧਾਰਾ ਦੇ ਨੇੜੇ ਜਾਣ, ਵਿਚਾਰਧਾਰਾ ਨੂੰ ਅਡਾਪਟ ਕਰਨ। ਇਹ ਸਾਨੂੰ ਅੱਗੇ ਆਉਣ ਵਾਲੇ ਸਮੇਂ 'ਚ ਕੋਸ਼ਿਸ਼ਾਂ ਵਧੇਰੇ ਕਰਨੀਆਂ ਪੈਣਗੀਆਂ। ਸ਼ਹੀਦ ਭਗਤ ਸਿੰਘ ਦੀ ਜਿਹੜੀ ਬਸੰਤੀ ਪੱਗ ਹੈ, ਬਸੰਤੀ ਚੋਲਾ ਹੈ, ਉਹ ਅਸੀਂ ਫਿਲਮਾਂ ਦੇ ਵਿੱਚ ਦੇਖਿਆ ਪਿਛਲੇ ਕੁਝ ਸਾਲਾਂ ਦੇ ਦੌਰਾਨ, ਪਰ ਹੁਣ ਅਸਲ ਦੇ ਵਿੱਚ ਉਹ ਨੌਜਵਾਨਾਂ ਦੇ ਪੱਗਾਂ ਬੰਨੀਆਂ ਨਜ਼ਰ ਆ ਰਹੀਆਂ ਨੇ, ਉਹ ਬਸੰਤੀ ਰੰਗ ਸਾਹਮਣੇ ਨਜ਼ਰ ਆ ਰਿਹਾ ਹੈ। ਇੱਕ ਉਮੀਦ ਤਾਂ ਜ਼ਰੂਰ ਵੱਜਦੀ ਹੈ, ਪਰ ਕੀ ਜਿਹੜੀ ਸਰਕਾਰ ਹੈ, ਨਵੀਂ ਸਰਕਾਰ, ਵਾਕਈ ਉਹਨਾਂ ਨੇ ਕੁਝ ਇਹੋ ਜਿਹੀਆਂ ਪਾਲਿਸੀਜ਼ ਇੰਟਰੋਡਿਊਸ ਕਰਨ ਦੀ ਸੋਚੀ ਹੋਈ ਹੈ, ਆਪਣੇ ਉਹਨਾਂ ਦੇ ਏਜੰਡਾ ਦੇ ਉੱਤੇ ਹੈਗੀਆਂ ਜਿਨ੍ਹਾਂ ਦੇ ਨਾਲ ਲੱਗੇ ਕਿ ਹਾਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਨੇੜੇ ਜਾ ਰਹੇ ਅਸੀਂ? ਹਾਂ, ਭਗਤ ਸਿੰਘ ਬਾਰੇ ਨਹੀਂ ਦੇਣੀ, ਉਹਦੀ ਬਸੰਤੀ ਪੱਗ ਨੂੰ ਲੈ ਕੇ ਪੂਰਾ ਇੱਕ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ। ਪਰ ਭਗਤ ਸਿੰਘ ਨੇ ਕਦੇ ਵੀ ਆਪਣੀ ਲਾਈਫ ਦੇ ਵਿੱਚ ਕਦੇ ਬਸੰਤੀ ਪੱਗ ਨਹੀਂ ਬੰਨੀ ਸੀ। ਅਸਲ 'ਚ ਸਾਨੂੰ ਇਹਦੇ ਪਿੱਛੇ ਜਾਣਾ ਪਏਗਾ ਕਿ ਬਸੰਤੀ ਜਿਹੜਾ ਕਲਰ ਹੈ ਕਿਸ ਗੱਲ ਦਾ ਪ੍ਰਤੀਕ ਆ। ਇਹ ਬਹਾਰ ਦਾ ਪ੍ਰਤੀਕ ਆ। ਜੇ ਅੱਜ ਅਸੀਂ ਦੇਖਣਾ ਹੋਵੇ ਕਿ ਸਾਡੇ ਟੋਟਲੀ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੀ ਪਤਝੜ ਆ, ਚਾਹੇ ਉਹ ਬੇਰੁਜ਼ਗਾਰੀ ਨੂੰ ਲੈ ਕੇ ਹੋਵੇ, ਚਾਹੇ ਕਿਸਾਨੀ ਕਰਜ਼ਿਆਂ ਨੂੰ ਲੈ ਕੇ ਹੋਵੇ, ਚਾਹੇ ਜਵਾਨੀ ਦੇ ਇਸ਼ੂ ਹੋਣ, ਚਾਹੇ ਐਗਰੀਕਲਚਰ ਦੇ ਇਸ਼ੂ ਹੋਣ। ਤੇ ਇਸ ਕਰਕੇ ਜਿਹੜੀ ਬਹਾਰ ਆ, ਉਹ ਜਿਹੜੀ ਬਸੰਤ ਆ, ਜਿਹੜੀ ਇੱਕ ਭਗਤ ਸਿੰਘ ਨੂੰ ਪ੍ਰਤੀਕ ਦੇ ਤੌਰ ਤੇ ਲੋਕ ਦੇਖ ਰਹੇ ਆ, ਬਸੰਤੀ ਰੰਗ ਨੂੰ, ਉਹ ਸਾਡੇ ਸਮਾਜ ਦੇ ਵਿੱਚ ਉਹ ਝਲਕਣਾ ਚਾਹੀਦਾ, ਸਾਡੀ ਐਗਰੀਕਲਚਰ ਦੇ ਵਿੱਚ ਝਲਕਣਾ ਚਾਹੀਦਾ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਮਸਲੇ ਸੋਲਵ ਹੋਣ, ਉਹਨਾਂ ਦੇ ਮਸਲਿਆਂ ਦੇ ਵਿੱਚ, ਉਹਨਾਂ ਦੀ ਲਾਈਫ ਦੇ ਵਿੱਚ ਵੀ ਉਹ ਬਸੰਤ ਆਵੇ, ਉਹ ਬਹਾਰ ਆਵੇ। ਸਾਨੂੰ ਉਸ ਪਾਸੇ ਨੂੰ ਇਹ ਲੈ ਕੇ ਜਾਣਾ ਪਏਗਾ। ਪਰ ਸੁਖਜਿੰਦਰ ਜੀ, ਉਸ ਤੋਂ ਪਹਿਲਾਂ ਜਦੋਂ ਆਪਾਂ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਕੀ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਚਾਰ ਹੋ ਰਿਹਾ ਹੈ? ਜਿਹੜਾ ਯੂਥ ਹੈ ਉਹ ਸਮਝਦਾ ਹੈ ਕਿ ਭਗਤ ਸਿੰਘ ਦੀ ਫਿਲਾਸਫੀ ਕੀ ਸੀ, ਜਾਂ ਸਿਰਫ ਇੰਨਾ ਹੀ ਆ ਕਿ ਭਗਤ ਸਿੰਘ ਇਸ ਸਟਾਈਲ ਦੀ ਪੱਗ ਬੰਨ੍ਹਦਾ ਹੁੰਦਾ ਸੀ, ਭਗਤ ਸਿੰਘ ਇਸ ਸਟਾਈਲ ਦੀ ਟੋਪੀ ਲੈਂਦਾ ਹੁੰਦਾ ਸੀ, ਉਸ ਤੋਂ ਅੱਗੇ ਸਿਰ ਦੇ ਵਿੱਚ ਕੀ ਹੁੰਦਾ ਸੀ? ਕੀ ਉਹ ਲੋਕਾਂ ਤੱਕ ਸੋਚ ਪਹੁੰਚਦੀ ਆ? ਦੇਖੋ ਜੀ, 2 ਦਿਨ ਮੈਂ ਪਹਿਲਾਂ ਦਿੱਲੀ ਤੋਂ ਪੰਜਾਬ ਆ ਰਿਹਾ ਸੀ, ਬੱਸ ਦੇ ਵਿੱਚ ਨਾਈਟ ਦੇ ਵਿੱਚ ਸਫ਼ਰ ਕਰ ਰਿਹਾ ਸੀਗਾ, ਤੇ ਮੇਰੇ ਤੋਂ ਅਗਲੀਆਂ ਸੀਟਾਂ ਤੇ 2-3 ਨੌਜਵਾਨ ਤੇ 2-3 ਪੰਜਾਬੀ ਉਹ ਬੈਠੇ, ਉਹ ਚਰਚਾ ਕਰ ਰਹੇ ਆ ਕਿ ਜਿਹੜਾ ਖੜਕੜ ਕਲਾਂ ਦੇ ਵਿੱਚ ਪ੍ਰੋਗਰਾਮ ਹੋ ਰਿਹਾ, ਉਹ ਆਪਸ ਦੇ ਵਿੱਚ ਡਿਸਕਸ਼ਨ ਇਹ ਕਰ ਰਹੇ ਆ ਕਿ ਖੜਕੜ ਕਲਾਂ ਕੀ ਹੈ, ਭਗਤ ਸਿੰਘ ਇੱਥੇ ਆਇਆ ਸੀ ਜਾਂ ਭਗਤ ਸਿੰਘ ਦਾ ਪਿੰਡ ਕਿਹੜਾ ਸੀ। ਕੋਈ ਕਹਿ ਰਿਹਾ ਕਿ ਭਗਤ ਸਿੰਘ ਉਹਦਾ ਉੱਥੇ ਪਾਕਿਸਤਾਨ ਦੇ ਵਿੱਚ ਪਿੰਡ ਸੀਗਾ। ਸੋ ਇਹ ਫਸਟ ਟਾਈਮ ਆ ਕਿ ਭਗਤ ਸਿੰਘ ਦਾ ਜਨਮ ਕਿੱਥੇ ਹੋਇਆ, ਚਾਹੇ ਉਹਨਾਂ ਨੂੰ ਕਲੀਅਰਿਟੀ ਨਹੀਂ ਹੈ, ਪਰ ਉਹ ਏਜੰਡੇ ਤੇ ਆਇਆ। ਜਿੱਥੋਂ ਤੱਕ ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਹੈ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਬਸੰਤੀ ਪੱਗਾਂ ਬੰਨ੍ਹ ਰਹੀ ਹੈ ਜਾਂ ਭਗਤ ਸਿੰਘ ਦੇ ਪੋਸਟਰ ਲੈ ਕੇ ਤਸਵੀਰਾਂ ਵਾਇਰਲ ਕਰ ਰਹੀ ਹੈ, ਵੀਡੀਓ ਬਣਾ ਰਹੀ ਹੈ, ਕਿ ਉਹਦੀ ਵਿਚਾਰਧਾਰਾ ਨੂੰ ਅਡਾਪਟ ਕਰ ਰਹੀ ਹੈ ਕਿ ਨਹੀਂ ਕਰ ਰਹੀ। ਜਾਂ ਹੁਣ ਖਾਸ ਤੌਰ ਤੇ ਹੈ ਜਦੋਂ ਸਰਕਾਰ ਵੀ ਇਹ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ, ਤੇ ਇਹਨੇ ਸਭ ਤੋਂ ਵੱਧ ਜਿਹੜਾ ਇੱਕ ਨਾਅਰਾ ਜਿਹੜਾ ਵਾਇਰਲ ਕੀਤਾ, ਉਹ ਉਹਨਾਂ ਨੇ ਕੀਤਾ ਕਿ ਇਨਕਲਾਬ ਜਿੰਦਾਬਾਦ। ਜਦੋਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਵਾਇਰਲ ਕੀਤਾ ਤੇ ਆਮ ਲੋਕਾਂ ਦੀ ਜ਼ੁਬਾਨ ਤੇ ਵੀ ਇਹ ਨਾਅਰਾ ਆਇਆ। ਤੇ ਜੇ ਅਸੀਂ ਭਗਤ ਸਿੰਘ ਦੀ ਗੱਲ ਕਰਦੇ ਹਾਂ ਕਿ ਉਹਨੇ ਕਿਸ ਕੰਟੈਸਟ 'ਚ ਇਹ ਇਨਕਲਾਬ ਜਿੰਦਾਬਾਦ ਦਾ ਨਾਅਰਾ ਵਰਤਿਆ ਸੀਗਾ, ਜਦੋਂ ਉਹ ਅਦਾਲਤ ਦੇ ਵਿੱਚ ਵੀ ਨਾਅਰਾ ਲਾਉਂਦੇ ਆ ਜਾਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਉਹਦੇ ਵਿੱਚ ਵੀ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦੇ ਆ, ਤੇ ਉਹ ਨਾਲ ਦੀ ਨਾਲ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦੇ ਉਹਨਾਂ ਨੂੰ ਇੱਕ ਵਾਰਨਿੰਗ ਦਿੰਦੇ ਆ। ਏਦਾਂ ਨਹੀਂ ਕਿ ਉਹ ਕਹਿੰਦੇ ਕਿ ਮੈਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਤਾ ਤੇ ਇਹਦਾ ਰਿਸਪੌਂਸ ਵਜੋਂ ਤੁਸੀਂ ਵੀ ਇਨਕਲਾਬ ਜਿੰਦਾਬਾਦ ਨਾਅਰਾ ਲਗਾ ਦਿਓ। ਉਹ ਵਾਰਨਿੰਗ ਦਿੰਦੇ ਆ। ਉਹਨਾਂ ਨੇ ਇੱਕ ਪੈਂਫਲੇਟ ਲਿਖਿਆ ਜਿਹਦੇ 'ਚ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ, ਉਹਦਾ ਨਾਂ ਹੈ ਇਨਕਲਾਬੀ ਪ੍ਰੋਗਰਾਮ ਦਾ ਖਰੜਾ। ਉਹਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਹੋਇਆ, ਕਈ ਜਗ੍ਹਾ ਐਕਸਪਲੇਨ ਕੀਤਾ ਹੋਇਆ ਕਿ ਜੇ ਅਸੀਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣੇ ਆ ਤੇ ਸਾਡਾ ਇਹ ਕਹਿਣ ਦਾ ਮਤਲਬ ਕੀ ਹੈ, ਸਾਡਾ ਮਕਸਦ ਕੀ ਹੈ, ਇਨਕਲਾਬ ਜਿੰਦਾਬਾਦ ਦਾ ਅਰਥ ਕੀ ਹੈ। ਉਹ ਕਹਿੰਦੇ ਕਿ ਅਸੀਂ ਸਾਡੇ ਦੇਸ਼ ਦੇ ਵਿੱਚ ਜਦੋਂ ਅੰਗਰੇਜ਼ਾਂ ਦੇ ਵਿਰੁੱਧ, ਅਸੀਂ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਲੜਾਈ ਲੜ ਰਹੇ ਹਾਂ, ਇਹਨਾਂ ਨੂੰ ਇੱਥੋਂ ਅੰਗਰੇਜ਼ਾਂ ਨੂੰ ਕੱਢਣਾ। ਅੰਗਰੇਜ਼ਾਂ ਨੂੰ ਕੱਢਣ ਦਾ ਮਤਲਬ ਇਹ ਨਹੀਂ ਕਿ ਅੰਗਰੇਜ਼ਾਂ ਦੇ ਵਰਗੇ ਕੋਈ ਭੂਰੇ ਆ ਕੇ, ਉਹ ਚਾਹੇ ਭਾਰਤੀ ਹੋਣ, ਇੱਥੇ ਰਾਜ ਸੱਤਾ ਤੇ ਆ ਕੇ ਬਿਰਾਜਮਾਨ ਹੋਣ।
ਇਸ ਗੱਲੋਂ ਹਦਾਇਤ ਕਰਦੇ ਆ ਕਿ ਜਦੋਂ ਅਸੀਂ ਇੱਥੋਂ ਬ੍ਰਿਟਿਸ਼ ਜਿਹੜੇ ਕੋਈ ਹੈਗੇ ਆ ਉਸ ਅਸੀਂ ਆਪਣੇ ਦੇਸ਼ ਚੋਂ ਕੱਢਾਂਗੇ ਤੇ ਇੱਥੇ ਜਿਹੜੇ ਕੋਈ ਆਮ ਭਾਰਤੀ ਆ ਅਸੀਂ ਉਹਨਾਂ ਦਾ ਰਾਜ ਸਥਾਪਿਤ ਕਰਨਾ। ਜਿਹੜਾ ਰਾਜ ਸਥਾਪਿਤ ਕਰਨ ਦੀ ਗੱਲ ਕਰਦੇ ਉਹ ਵੀ ਕੋਈ ਆਮ ਰਾਜ ਨਹੀਂ, ਉਹ ਕਹਿੰਦੇ ਅਸੀਂ ਇੱਥੇ ਜਿਹੜਾ ਹੈਗਾ ਸੋਸ਼ਲਿਜ਼ਮ ਸਥਾਪਿਤ ਕਰਨਾ। ਕਹਿੰਦੇ ਸਾਡਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣ ਦਾ ਮਤਲਬ ਇਹ ਹੈ ਕਿ ਅਸੀਂ ਭਾਰਤ ਦੇ ਵਿੱਚ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ ਚਾਹੁੰਦੇ ਆ। ਨਾਲ ਦੀ ਨਾਲ ਉਹ ਵਾਰਨਿੰਗ ਦਿੰਦੇ ਆ ਕਿ ਜਿਹੜੇ ਵੀ ਕੋਈ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦੇ ਆ ਤੇ ਜਿਹੜੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਂਦੇ ਆ ਸਮਾਜਵਾਦੀ ਸਮਾਜ ਦੀ ਸਥਾਪਨਾ ਦੇ ਆਪਦਾ ਮਿਸ਼ਨ ਨਹੀਂ ਬਣਾਉਂਦੇ ਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਮਿਹਰਬਾਨੀ ਕਰਕੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਣੇ ਆ ਜਿਹੜੇ ਬੰਦ ਕਰ ਦਿਓ। ਇਸ ਤਰ੍ਹਾਂ ਇਹ ਨਾਅਰੇ ਦੀ ਦੁਰਵਰਤੋਂ ਹੋਊਗੀ। ਉਹ ਆਪਦੀਆਂ ਲਿਖਤਾਂ ਦੇ ਵਿੱਚ ਲਿਖਦੇ ਆ ਕਿ ਜੇ ਤੁਹਾਡਾ ਅਰਥ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣ ਤੋਂ ਇਹ ਨਹੀਂ ਹੈ ਕਿ ਦੇਸ਼ ਦੇ ਵਿੱਚ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ ਹੈ, ਫਿਰ ਇਹਦੀ ਦੁਰਵਰਤੋਂ ਹੋਏਗੀ ਨਾਅਰੇ ਦੀ। ਸੋ ਇਸ ਕਰਕੇ ਕਿ ਭਗਤ ਸਿੰਘ ਨੇ ਜਿਹੜੀ ਇਹ ਲਿਖਤ ਦੇ ਵਿੱਚ ਰਿਟਨ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਵਾਰਨਿੰਗ ਦਿੱਤੀ ਹੈ, ਇਹ ਵਾਰਨਿੰਗ ਵੀ ਨੌਜਵਾਨ ਪੀੜ੍ਹੀ ਕੋਲੇ ਜਾਏਗੀ ਕਿ ਜਿਹੜੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨੌਜਵਾਨ ਪੀੜ੍ਹੀ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਰਹੀ ਹੈ। ਉਹਦਾ ਅਗਲਾ ਅਰਥ ਕੀ ਹੈ? ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਉਹਨੂੰ ਵੀ ਅਡੋਪਟ ਕਰੇ ਕਿ ਇਹ ਦੇਸ਼ ਦੇ ਵਿੱਚ ਸਮਾਜਵਾਦੀ ਸਮਾਜ ਦੀ ਸਥਾਪਨਾ ਲਈ ਹੈ। ਉਹ ਚਾਹੇ ਕੋਈ ਸਰਕਾਰ ਹੋਵੇ ਚਾਹੇ ਕੋਈ ਹੋਵੇ, ਉਹਨੂੰ ਕਵੇ ਕਿ ਨਹੀਂ ਇਕੱਲਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾ ਕੇ ਕੋਈ ਇਹ ਨਹੀਂ ਕੋਈ MLA ਬਣ ਜੇ ਜਾਂ ਮੁੱਖ ਮੰਤਰੀ ਬਣ ਜੇ। ਮੁੱਖ ਮੰਤਰੀ ਵੀ ਬਣੇ, ਕੋਈ MLA ਵੀ ਬਣੇ, ਪਰ ਜਿਹੜਾ ਭਗਤ ਸਿੰਘ ਦਾ ਸੁਪਨਾ ਸੀਗਾ ਕੰਟਰੀ ਕਿਸ ਤਰ੍ਹਾਂ ਦੀ ਹੋਵੇ, ਕਿਸ ਪੈਟਰਨ ਤੇ ਇੱਥੇ ਜਿਹੜੀ ਹੈ ਡਿਵੈਲਪਮੈਂਟ ਹੋਵੇ, ਕਿ ਅਸੀਂ ਇੱਥੇ ਕੋਈ ਜਿਹੜਾ ਕੋਈ ਜਿਹਦਾ ਵਿਰੋਧ ਕੀਤਾ ਭਗਤ ਸਿੰਘ ਨੇ ਸਾਮਰਾਜਵਾਦ ਮੁਰਦਾਬਾਦ ਜਾਂ ਪੂੰਜੀਵਾਦ ਮੁਰਦਾਬਾਦ, ਕਿ ਅਸੀਂ ਪੂੰਜੀਵਾਦ ਦੀਆਂ ਅਸੀਂ ਨਾਅਰਾ ਵੀ ਇੱਥੇ ਲਾਈਏ ਕਿ ਇਨਕਲਾਬ ਜਿੰਦਾਬਾਦ, ਤੇ ਜਿਹੜੀਆਂ ਪੰਜਾਬ ਦੇ ਵਿੱਚ ਪਾਲਿਸੀਆਂ ਲੈ ਕੇ ਆਉਣੀਆਂ ਉਹ ਪੂੰਜੀਵਾਦ ਵਾਲੀਆਂ ਹੋਣ, ਉਹ ਸਾਮਰਾਜਵਾਦੀਆਂ ਵਾਲੀਆਂ ਹੋਣ। ਸੋ ਇਸ ਕਰਕੇ ਫਿਰ ਇਹ ਦੁਰਵਰਤੋਂ ਹੋਏਗੀ ਭਗਤ ਸਿੰਘ ਦੇ ਉਸ ਨਾਅਰੇ ਦੀ। ਸੋ ਨੌਜਵਾਨ ਪੀੜ੍ਹੀ ਨੂੰ ਇਸ ਗੱਲੋਂ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਪੱਧਰ ਤੇ ਅਵੇਅਰ ਹੋਣ ਦੀ ਲੋੜ ਹੈ ਕਿ ਭਗਤ ਸਿੰਘ ਦੇ ਨਾਅਰੇ ਦਾ ਮਤਲਬ ਇਹ ਹੈ ਕਿ ਇੱਥੇ ਕੋਈ ਗੁੰਜਾਇਸ਼ ਨਹੀਂ ਕੈਪੀਟਲਿਜ਼ਮ ਦੇ ਲਈ, ਇੱਥੇ ਕੋਈ ਗੁੰਜਾਇਸ਼ ਨਹੀਂ ਸਾਮਰਾਜਵਾਦ ਦੇ ਲਈ। ਪਰ ਇਹ ਤਾਂ ਗੱਲ ਜਿਹੜੀ ਨੌਜਵਾਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਵੱਡਾ ਫੈਕਟਰ ਸਮਝਿਆ ਜਾ ਰਿਹਾ ਕਿ ਉਹਨਾਂ ਨੇ ਇੱਕ ਤਬਦੀਲੀ ਲੈ ਕੇ ਆਉਂਦੀ ਹੈ, ਪਰ ਜਿਸ ਕਿਸਮ ਦੀ ਕ੍ਰਾਂਤੀ ਦੀ ਜਾਂ ਇਨਕਲਾਬ ਦੀ ਗੱਲ ਭਗਤ ਸਿੰਘ ਕਰਦੇ ਸੀ, ਲੱਗਦਾ ਤਾਂ ਇਸ ਤਰ੍ਹਾਂ ਹੈ ਕਿ ਜੇ ਨੌਜਵਾਨਾਂ ਦੇ ਵਿੱਚ ਸਮਝ ਹੀ ਹੈ ਨਹੀਂ ਇਸ ਚੀਜ਼ ਦੀ, ਉਹਨਾਂ ਨੂੰ ਪਤਾ ਹੀ ਨਹੀਂ ਕਿ ਭਗਤ ਸਿੰਘ ਦੀ ਫਿਲਾਸਫੀ ਕੀ ਸੀ, ਵਿਚਾਰਧਾਰਾ ਕੀ ਸੀ, ਉਹ ਕਿਹੋ ਜਿਹਾ ਪੰਜਾਬ ਸਿਰਜਣਾ ਚਾਹੁੰਦਾ ਸੀ ਜਾਂ ਕਿਹੋ ਜਿਹਾ ਸਮਾਜ ਸਿਰਜਣਾ ਚਾਹੁੰਦਾ ਸੀ, ਉਹ ਭਗਤ ਸਿੰਘ ਨੂੰ ਪੜ੍ਹੇ ਬਿਨਾਂ ਸੰਭਵ ਨਹੀਂ ਹੈ। ਕਿ ਕੋਈ ਇਹੋ ਜਿਹੀਆਂ ਕੋਸ਼ਿਸ਼ਾਂ ਵੀ ਪਿਛਲੇ ਸਮੇਂ ਦੇ ਦੌਰਾਨ ਹੋਈਆਂ ਕਿ ਭਗਤ ਸਿੰਘ ਦੀ ਫਿਲਾਸਫੀ ਨੂੰ ਨੌਜਵਾਨਾਂ ਨੇ ਪੜ੍ਹਨਾ ਸ਼ੁਰੂ ਕੀਤਾ। ਪਤਾ ਲੱਗਾ ਸੀ ਕਿ ਜਦੋਂ ਕਿਸਾਨ ਮੂਵਮੈਂਟ ਚੱਲ ਰਹੀ ਸੀ, ਜਦੋਂ ਦਿੱਲੀ ਦੇ ਵਿੱਚ ਅੰਦੋਲਨ ਚੱਲ ਰਿਹਾ ਸੀ, ਉਦੋਂ ਨੌਜਵਾਨਾਂ ਨੇ ਕਹਿੰਦੇ ਸਾਹਿਤ ਬਹੁਤ ਪੜ੍ਹਨਾ ਸ਼ੁਰੂ ਕਰ ਦਿੱਤਾ, ਕ੍ਰਾਂਤੀਕਾਰੀ ਸਾਹਿਤ ਵੀ ਪੜ੍ਹਨਾ ਸ਼ੁਰੂ ਕੀਤਾ ਗਿਆ। ਕੀ ਕੋਈ ਇਹੋ ਜਿਹੀ ਤਬਦੀਲੀ ਵਾਕਈ ਹੈਗੀ ਉੱਥੇ ਦੇਖਣ ਨੂੰ ਆ ਰਹੀ ਹੈ? ਦੇਖੋ ਜੀ, ਮੈਂ ਦੋ ਉਦਾਹਰਨਾਂ ਦੇਣੀਆਂ ਚਾਹੂੰਗਾ। ਜਿਹੜਾ ਕੰਮ ਕਰਦਾ ਇਹਦੇ ਨਾਲ ਦੀ ਇੱਕ ਆਰਗੇਨਾਈਜੇਸ਼ਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਮੈਂ ਆਲ ਇੰਡੀਆ ਯੂਥ ਫੈਡਰੇਸ਼ਨ 'ਚ ਕੰਮ ਕਰਦਾ। ਪੰਜਾਬ ਦੇ ਵਿੱਚ ਜਦੋਂ 1997 ਤੋਂ ਕੰਮ ਸ਼ੁਰੂ ਕੀਤਾ, ਇੱਕ ਰੁਜ਼ਗਾਰ ਦੇ ਲਈ ਕੰਪੇਨ ਸ਼ੁਰੂ ਕੀਤੀ। ਉਦੋਂ ਫਸਟ ਟਾਈਮ ਭਗਤ ਸਿੰਘ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ। ਉਸ ਤੋਂ ਪਹਿਲਾਂ ਕੋਈ ਸਟੇਟ ਲੈਵਲ ਤੇ ਭਗਤ ਸਿੰਘ ਦਾ ਜਨਮ ਦਿਨ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ ਸੀਗਾ। ਸਿਰਫ ਉਹਨਾਂ ਦਾ ਜਿਹੜਾ ਸ਼ਹੀਦੀ ਦਿਨ ਆ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ, ਉਹ ਮਨਾਇਆ ਜਾਂਦਾ ਸੀਗਾ। ਜਦੋਂ ਫਸਟ ਟਾਈਮ ਭਗਤ ਸਿੰਘ ਦਾ ਪੰਜਾਬ ਦੇ ਵਿੱਚ ਸਟੇਟ ਲੈਵਲ ਤੇ ਜਨਮ ਦਿਨ ਸੈਲੀਬ੍ਰੇਟ ਕਰਨ ਦਾ ਕੋਈ ਫੰਕਸ਼ਨ ਕੀਤਾ, ਉਹਦੇ ਲਈ ਇੱਕ ਇਸ਼ਤਿਹਾਰ ਪੂਰੇ ਪੰਜਾਬ ਦੇ ਵਿੱਚ ਲਾਇਆ ਭਗਤ ਸਿੰਘ ਦੀ ਤਸਵੀਰ ਲਾ ਕੇ। ਜਦੋਂ ਭਗਤ ਸਿੰਘ ਦੀ ਤਸਵੀਰ ਲਾ ਕੇ ਇਸ਼ਤਿਹਾਰ ਲਾਇਆ ਤੇ ਬਹੁਤ ਸਾਰੀਆਂ ਜਗ੍ਹਾ ਤੋਂ ਸਾਡੇ ਜਿਹੜੇ ਕੇਡਰ ਆ ਉਹਨੇ ਨੋਟ ਕੀਤਾ ਕਿ ਜਦੋਂ ਰਾਤ ਨੂੰ ਕੰਧਾਂ ਤੇ ਇਸ਼ਤਿਹਾਰ ਲਾ ਕੇ ਆਉਣੇ ਆ ਤੇ ਨੈਕਸਟ ਡੇ ਜਦੋਂ ਦੇਖਦੇ ਆ ਕਿ ਭਗਤ ਸਿੰਘ ਦੀ ਵਿੱਚੋਂ ਤਸਵੀਰ ਗਾਇਬ ਹੁੰਦੀ ਹੈ। ਜਦੋਂ ਇਹਦੀ ਪੜਤਾਲ ਕੀਤੀ ਕਿ ਭਗਤ ਸਿੰਘ ਦੀ ਤਸਵੀਰ ਗਾਇਬ ਕਿਉਂ ਹੋ ਰਹੀ ਹੈ, ਜਿਹੜੇ ਕੰਧਾਂ ਤੇ ਪੋਸਟਰ ਲਾਏ ਆ, ਪੰਜਾਬ ਦੇ ਵਿੱਚ ਪੋਸਟਰ ਲਾਏ ਆ, ਤੇ ਪਤਾ ਇਹ ਲੱਗਾ ਕਿ ਇੱਕ ਤਰ੍ਹਾਂ ਦੇ ਸਾਡੇ ਦੇਸ਼ ਦੇ ਹੁਕਮਰਾਨਾਂ ਨੇ, ਪੰਜਾਬ ਦੇ ਸਿਆਸਤਦਾਨਾਂ ਨੇ ਭਗਤ ਸਿੰਘ ਦੀ ਤਸਵੀਰ ਗਾਇਬ ਕਰਤੀ ਸੀ। ਜਿਹੜੇ ਲੋਕ ਆ ਉਹਨਾਂ ਨੇ ਜਦੋਂ ਪੋਸਟਰ ਤੇ ਭਗਤ ਸਿੰਘ ਦੀ ਤਸਵੀਰ ਦੇਖੀ, ਉਹ ਕੱਲੀ ਤਸਵੀਰ ਕੱਟ ਕੇ ਪੋਸਟਰ ਦੇ ਵਿੱਚੋਂ ਆਪਦੇ ਘਰਾਂ ਦੇ ਵਿੱਚੋਂ ਲੈ ਕੇ, ਮੰਨ ਲਓ ਇੰਨੀ ਵੱਡੇ ਪੱਧਰ ਤੇ ਨੌਜਵਾਨ ਪੀੜ੍ਹੀ ਜਾਂ ਕਹਿ ਲਈਏ ਸਾਡੇ ਪੰਜਾਬ ਦੇ ਲੋਕਾਂ 'ਚ ਭਗਤ ਸਿੰਘ ਨੂੰ ਲੈ ਕੇ ਚਾਹਤ ਸੀਗੀ ਕਿ ਉਹਦੀ ਤਸਵੀਰ ਮਿਲੇ, ਪਰ ਇੱਥੇ ਤਸਵੀਰ ਗਾਇਬ ਕਰ ਦਿੱਤੀ ਗਈ। ਉਦੋਂ ਤੋਂ ਲੈ ਕੇ ਲਗਾਤਾਰ ਅਸੀਂ ਹਰ ਸਾਲ ਭਗਤ ਸਿੰਘ ਦਾ ਦਿਨ ਮਨਾਉਂਦੇ ਆ ਰਹੇ ਹਾਂ। 1997 ਤੋਂ ਜਦੋਂ ਇੱਕ ਟਾਈਮ ਭਗਤ ਸਿੰਘ ਦੀ ਤਸਵੀਰ ਵੀ ਨਹੀਂ ਮਿਲਦੀ ਸੀ, ਉਦੋਂ ਟਾਰਗੇਟ ਅਸੀਂ ਇਹ ਐਲਾਨ ਕੀਤਾ ਸੀਗਾ
ਕਿ ਅੱਜ ਉਦੋਂ 90 ਸਾਲਾ ਸੀਗਾ 1997 ਦੇ ਵਿੱਚ ਭਗਤ ਸਿੰਘ ਦਾ। ਉਦੋਂ ਐਲਾਨ ਕੀਤਾ ਕਿ 10 ਸਾਲਾਂ 'ਚ ਜਿਹੜੀ ਅੱਜ ਭਗਤ ਸਿੰਘ ਦੀ ਤਸਵੀਰ ਨਹੀਂ ਮਿਲਦੀ, ਅਸੀਂ 10 ਸਾਲਾਂ 'ਚ ਪੰਜਾਬ ਦੇ ਵਿੱਚ ਇੰਨੀ ਕੁ ਸਰਗਰਮੀ ਕਰਨੀ ਹੈ ਕਿ ਤਸਵੀਰ ਆਮ ਲੋਕਾਂ ਦੇ ਘਰਾਂ ਤੱਕ ਜਾਂ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਆਮ ਲੋਕਾਂ ਦੇ ਘਰਾਂ ਤੱਕ ਜਾਣੀ ਚਾਹੀਦੀ ਹੈ। ਜਿਹੜੀ 1997 'ਚ ਭਗਤ ਸਿੰਘ ਦੀ ਤਸਵੀਰ ਨਹੀਂ ਮਿਲਦੀ ਸੀ, 2007 'ਚ ਜਦੋਂ ਭਗਤ ਸਿੰਘ ਦਾ 100 ਸਾਲ ਆਇਆ, ਜਨਮ ਸ਼ਤਾਬਦੀ ਆਈ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਦੋਂ ਸੈਂਟਰ ਦੀ ਗਵਰਨਮੈਂਟ ਨੇ ਵੀ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦਾ ਐਲਾਨ ਕੀਤਾ। ਉਦੋਂ 10 ਸਾਲਾਂ ਦੀ ਸਰਗਰਮੀ ਦਾ ਅਸੀਂ ਕਹਿ ਸਕਦੇ ਹਾਂ, ਅਸੀਂ ਵੀ ਉਹਦੇ ਵਿੱਚ ਰੋਲ ਨਿਭਾਇਆ ਕਿ ਭਗਤ ਸਿੰਘ ਦੇ ਨਾਂ ਤੇ ਡਾਕ ਟਿਕਟ ਜਾਰੀ ਕਰਨ ਦਾ ਸਰਕਾਰ ਨੇ ਐਲਾਨ ਕੀਤਾ। ਭਗਤ ਸਿੰਘ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ, ਹਾਲਾਂਕਿ ਉਹ ਯੂਨੀਵਰਸਿਟੀ ਭਾਵੇਂ ਨਹੀਂ ਬਣਾਈ। ਭਗਤ ਸਿੰਘ ਦੇ ਨਾਂ ਤੇ ਸਿੱਕਾ ਜਾਰੀ ਕਰਨ ਦਾ ਉਹਨਾਂ ਨੇ ਅਨਾਉਂਸ ਕੀਤਾ। ਭਗਤ ਸਿੰਘ ਦਾ ਜਿਹੜਾ ਬੁੱਤ ਆ ਉਹ ਪਾਰਲੀਮੈਂਟ 'ਚ ਸਥਾਪਿਤ ਕਰਨ ਦਾ ਉਹਨਾਂ ਨੇ ਸਰਕਾਰ ਨੇ ਉਸ ਵੇਲੇ ਐਲਾਨ ਕੀਤਾ। ਜਿਹੜੀ ਸਰਕਾਰ 10 ਸਾਲ ਪਹਿਲਾਂ ਜਿਹਨੂੰ ਇਹ ਨਹੀਂ ਚੇਤਾ ਕਿ ਭਗਤ ਸਿੰਘ ਦੀ ਕੋਈ ਤਸਵੀਰ ਵੀ ਲੋਕਾਂ ਦੇ ਵਿੱਚ ਜਾਣੀ ਚਾਹੀਦੀ ਹੈ, ਇਹ ਕਹਿ ਸਕਦੇ ਹਾਂ ਕਿ ਇਹ ਇੱਕ ਵੱਡੀ ਪ੍ਰਾਪਤੀ ਸੀਗੀ। ਹੁਣ ਵੀ ਕਿਸਾਨ ਅੰਦੋਲਨ ਦੇ ਵਿੱਚ ਜੇ ਗੱਲ ਕਰਨੀ ਹੋਵੇ ਕਿ ਲੋਕ ਗਏ ਸੀਗੇ ਦਿੱਲੀ 'ਚ, ਅਸੀਂ ਵੀ ਉਹਨਾਂ ਦੇ ਵਿੱਚ ਸੀਗੇ ਕਿ ਦਿੱਲੀ ਜਾ ਕੇ ਧਰਨਾ ਲਾਉਣਾ ਜਾਂ ਦਿੱਲੀ ਦਾ ਜਾ ਕੇ ਘਿਰਾਓ ਕਰਨਾ ਹੈ। ਕੋਈ ਲੋਕ ਇਹ ਨਹੀਂ ਸੋਚ ਕੇ ਗਏ ਸੀਗੇ ਕਿ ਉੱਥੇ ਜਾ ਕੇ ਕੋਈ ਕਿਤਾਬਾਂ ਪੜ੍ਹਨੀਆਂ ਹੈ, ਕੋਈ ਹੋਰ ਜਾ ਕੇ ਕੋਈ ਉੱਦਾਂ ਦੀ ਪਲੈਨਿੰਗ ਕਰਨੀ ਹੈ। ਪਰ ਅਸੀਂ ਮੋਗੇ ਜ਼ਿਲ੍ਹੇ 'ਚੋਂ ਜਾਂ ਕੁਛ ਹੋਰ ਨਾਲ ਦੇ ਜ਼ਿਲ੍ਹਿਆਂ 'ਚੋਂ ਜਿਹੜੇ ਗਏ ਸੀਗੇ, ਅਸੀਂ ਕੋਸ਼ਿਸ਼ ਕੀਤੀ ਕਿ 2-2 4-4 ਕਿਤਾਬਾਂ, ਕਿ ਜੇ ਕਿਤੇ ਮੌਕਾ ਮਿਲਿਆ ਰਸਤੇ ਦੇ ਵਿੱਚ ਜਾਂ ਕਿਤੇ ਉੱਥੇ ਪਤਾ ਨਹੀਂ ਕਿਸ ਤਰ੍ਹਾਂ ਦਾ ਮਾਹੌਲ ਬਣਨਾ, ਕਿ ਇੱਕ 2-2 ਕਿਤਾਬਾਂ ਜ਼ਰੂਰ ਲੈ ਕੇ ਚੱਲੀ, ਉੱਥੇ ਜਾ ਕੇ ਪੜਾਂਗੇ। ਜਦੋਂ ਉੱਥੇ ਮਾਹੌਲ ਸਿੰਘੂ ਬਾਰਡਰ ਤੇ ਜਾ ਕੇ ਦੇਖਿਆ, ਜਦੋਂ ਫਸਟ ਦਿਨ ਉੱਥੇ ਸਾਰਾ ਕੁਝ ਟੀਅਰ ਗੈਸ ਵਗੈਰਾ ਉਹ ਸਾਰਾ ਕੁਝ ਇੱਕ ਤਰ੍ਹਾਂ ਦੀਆਂ ਉਹ ਝੜਪਾਂ ਹੋਈਆਂ, ਤੇ ਸ਼ਾਮ ਤੱਕ ਜਦੋਂ ਮਾਹੌਲ ਸਥਾਪਿਤ ਹੋਇਆ ਤੇ ਅਗਲੇ ਦਿਨ ਸਾਨੂੰ ਫੀਲ ਹੋਇਆ ਕਿ ਜਦੋਂ ਅਸੀਂ ਉਹ ਕਿਤਾਬਾਂ ਆਪਦੇ ਉਹਦੇ ਵਿੱਚੋਂ ਕੱਢੀਆਂ, ਬੈਗ ਦੇ ਵਿੱਚੋਂ ਕੱਢੀਆਂ ਸਾਰਿਆਂ ਨੇ, ਕਿ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਅਸੀਂ ਮਹਿਸੂਸ ਕੀਤਾ ਕਿ ਨਹੀਂ ਆਪਾਂ ਨਹੀਂ ਪੜ੍ਹਨੀਆਂ, ਕੋਸ਼ਿਸ਼ ਕਰੀਏ ਕਿ ਹੁਣ ਇੱਥੇ ਸਾਡਾ ਇੱਕ ਡੇਰਾ ਲੱਗ ਗਿਆ ਇੱਕ ਤਰ੍ਹਾਂ ਦਾ, ਅਸੀਂ ਇੱਥੇ ਇੱਕ ਮੋਰਚਾ ਬਣਾ ਲਿਆ ਕਿ ਹੋਰ ਵੀ ਜਿਹੜੇ ਲੋਕ ਆ ਜਿਹੜੇ ਕੋਈ ਕਿਤਾਬਾਂ ਨਹੀਂ ਲੈ ਕੇ ਆਏ, ਸਿਰਫ ਇੱਥੇ ਧਰਨਾ ਲਾਉਣ ਆਏ ਸੀਗੇ, ਸਾਡੇ ਕੋਲੇ ਇੱਕ ਭਾਂਡਿਆਂ ਵਾਲਾ ਟੋਕਰਾ ਸੀਗਾ, ਇਸੇ ਤਰ੍ਹਾਂ ਕੋਈ ਡੰਡੇ ਇਕੱਠੇ ਕਰਕੇ ਇੱਕ ਆਰਜੀ ਅਸੀਂ ਉਹ ਲਾਇਬ੍ਰੇਰੀ ਕਹਿ ਸਕਦੇ ਹਾਂ ਕਿ ਸਿੰਘੂ ਤੇ ਉਹ ਪਹਿਲੀ ਲਾਇਬ੍ਰੇਰੀ ਸੀਗੀ ਉਹ ਦਿੱਲੀ ਦੇ ਬਾਰਡਰ ਤੇ, ਜਿਹੜੀ ਉਹ ਅਸੀਂ ਉੱਥੇ ਜਾ ਕੇ ਜਿੰਨੀਆਂ ਅਸੀਂ ਕਿਤਾਬਾਂ ਲੈ ਕੇ ਗਏ ਸੀ ਉਹ ਸਾਰੀਆਂ ਤੋਂ ਕਲੈਕਟ ਕਰਕੇ ਕੋਈ 10-12 ਕਿਤਾਬਾਂ ਜਿਹਦੇ ਚ ਭਗਤ ਸਿੰਘ ਦੀਆਂ ਸੀਗੀਆਂ, ਕੋਈ ਸਿੱਖ ਇਤਿਹਾਸ ਬਾਰੇ ਸੀਗੀਆਂ ਜਾਂ ਪੰਜਾਬ ਦੇ ਇਤਿਹਾਸ ਬਾਰੇ ਸੀਗੀਆਂ, ਅਸੀਂ ਉਹ ਤੇ ਉਹਦੀ ਉਹ ਫਿਰ ਵਾਇਰਲ ਕੀਤਾ। ਫਿਰ ਉਹਨੂੰ ਕਾਫੀ ਚੈਨਲਾਂ ਨੇ ਵੀ, ਅਖਬਾਰਾਂ ਨੇ ਵੀ ਇਸ ਗੱਲ ਦਾ ਪ੍ਰਚਾਰ ਕੀਤਾ। ਫਿਰ ਲੋਕ ਆ ਜਿਹੜੇ ਉੱਥੇ ਆਉਣੇ ਸ਼ੁਰੂ ਹੋਏ। ਜਦੋਂ ਲੋਕ ਆ ਕੇ ਬੈਠਦੇ ਸੀਗੇ, ਕਿਉਂਕਿ ਉੱਥੇ ਕੋਈ ਲਾਇਬ੍ਰੇਰੀ ਦਾ ਉਹਦਾ ਤਾਂ ਹੈ ਨਹੀਂ ਸੀਗਾ, ਕੋਈ ਹਾਲ ਜਿਹਦੇ ਕੋਈ ਰੀਡਿੰਗ ਰੂਮ ਨਹੀਂ ਸੀਗਾ ਜਿੱਥੇ ਆ ਕੇ ਪੜ੍ਹ ਸਕਣ, ਉੱਥੇ ਜਿਹੜੀਆਂ ਕੋਈ ਪਰਾਲੀ ਦੀਆਂ ਗੱਠਾਂ ਬਣੀਆਂ ਹੋਈਆਂ ਸੀਗੀਆਂ ਜਾਂ ਹੋਰ ਸੀਗੇ, ਲੋਕ ਟਰੈਕਟਰਾਂ ਦੀਆਂ ਸੀਟਾਂ ਤੇ ਬੈਠ ਕੇ ਉਹਨਾਂ ਨੇ ਉਹ ਭਗਤ ਸਿੰਘ ਦੀਆਂ ਲਿਖਤਾਂ ਜਿਹੜੀਆਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ। ਸੋ ਇਸ ਕਰਕੇ ਜਿਹੜਾ ਇਹ ਮਾਹੌਲ ਆ, ਇਸੇ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ ਵਾਲਾ ਜਾਂ ਉਹਦੀ ਵਿਚਾਰਧਾਰਾ ਨੂੰ ਜਾਣਨ ਵਾਲਾ ਕੰਮ ਜਲੰਧਰ ਦੇਸ਼ ਭਗਤ ਯਾਦਗਾਰ ਦੇ ਵਿੱਚ ਹਰ ਸਾਲ ਗਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ। ਜਦੋਂ ਭਗਤ ਸਿੰਘ ਦੀ ਜਨਮ ਸ਼ਤਾਬਦੀ ਸੀਗੀ ਤੇ ਕਹਿ ਸਕਦੇ ਆ ਕਿ ਉਦੋਂ 10 ਲੱਖ ਤੋਂ ਵਧੇਰੇ ਦਾ ਜਿਹੜਾ ਲਿਟਰੇਚਰ ਆ, ਜਿਹੜੀਆਂ ਕਿਤਾਬਾਂ ਹੈ ਉਹ ਉਦੋਂ ਉੱਥੇ ਵਿਕੀਆਂ, ਤੇ ਜਿਹਦੇ ਚੋਂ ਵੱਡਾ ਹਿੱਸਾ ਉਹ ਸੀ ਜਿਹਦੇ ਚ ਭਗਤ ਸਿੰਘ ਦੀ ਜੇਲ੍ਹ ਡਾਇਰੀ ਵੀ ਸੀ ਜਾਂ ਭਗਤ ਸਿੰਘ ਦੀ ਜੀਵਨੀ ਨਾਲ ਰਿਲੇਟਡ ਸੀਗਾ। ਹੁਣ ਵੀ ਜਦੋਂ ਕਿਤੇ ਸਟਾਲ ਕਿਤੇ ਪੰਜਾਬ ਦੇ ਵਿੱਚ ਕਿਤੇ ਬੁੱਕ ਸਟਾਲ ਲੱਗਦੀ ਆ, ਕੋਈ ਬੁੱਕ ਫੇਅਰ ਆ, ਤੇ ਸ਼ਾਇਦ ਇਹੋ ਜਿਹੀ ਕੋਈ ਸਟਾਲ ਨਹੀਂ ਹੁੰਦੀ ਜਿੱਥੇ ਭਗਤ ਸਿੰਘ ਦੀ ਜੀਵਨੀ ਨਾਲ ਰਿਲੇਟਡ ਕਿਤਾਬਾਂ ਨਾ ਹੋਣ, ਜਾਂ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਰਿਲੇਟਡ ਨਾ ਹੋਣ, ਜਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਨਾ ਹੋਣ, ਤੇ ਜਾਂ ਉੱਥੋਂ ਨੌਜਵਾਨ ਖਰੀਦਦੇ ਨਾ ਹੋਣ। ਸੋ ਇਸ ਕਰਕੇ ਕਿਸਮ ਦੀ ਜਿਹੜੀ ਅਵੇਅਰਨੈਸ ਆਈ ਆ, ਲੋਕਾਂ ਨੇ ਨਹੀਂ ਕੀਤਾ। ਹੁਣ ਸਰਕਾਰ ਬਣਨ ਤੋਂ ਬਾਅਦ ਜਿਹੜਾ ਫਿਰ ਇਹ ਮਾਹੌਲ ਬਣਿਆ, ਇਸੇ ਚੋਂ ਵੀ ਸਾਨੂੰ ਉਮੀਦ ਆ ਕਿ ਨੌਜਵਾਨ ਪੀੜ੍ਹੀ ਜਿਹੜੀ, ਕੋਈ ਲੱਗਦਾ ਹੈ ਕਿ ਕਿਸੇ ਨੇ ਬਸੰਤੀ ਪੱਗ ਬੰਨੀ ਹੋਈ ਆ, ਕਿਸੇ ਨੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਇਆ ਹੋਇਆ, ਅਸੀਂ ਉਮੀਦ ਕਰਦੇ ਹਾਂ ਕਿ ਉਹ ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ ਨਾਲ ਵੀ ਉਹ ਇੱਕ ਕਦਮ ਅੱਗੇ ਵਧਾਏਗੀ। ਮੇਰੇ ਕੋਲ ਇੱਕ ਕਿਤਾਬ ਹੈ ਜਿਹਦੇ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਜੀ ਦਾ ਨੌਜਵਾਨਾਂ ਦੇ ਲਈ ਸੁਨੇਹਾ ਹੈ। ਉਹਦੇ ਵਿੱਚ ਅਖੀਰ 'ਚ ਉਹ ਲਿਖ ਰਹੇ ਇਸ ਸੁਨੇਹੇ ਦੇ ਵਿੱਚ, ਕਹਿੰਦੇ ਭਗਤ ਸਿੰਘ ਜਦੋਂ ਵੀ ਘਰ ਆਉਂਦਾ ਤਾਂ ਉਸ ਦੀਆਂ ਜੇਬਾਂ ਵਿੱਚੋਂ 2-4 ਕਿਤਾਬਾਂ ਜ਼ਰੂਰ ਨਿਕਲਦੀਆਂ। ਮੈਂ ਕਈ ਵਾਰ ਪੁੱਛਣਾ, ਬੇਟਾ ਤੂੰ ਐਵੇਂ ਆਪਣੀਆਂ ਜੇਬਾਂ ਇਹਨਾਂ ਕਿਤਾਬਾਂ ਜਿਹੀਆਂ ਦੇ ਨਾਲ ਹੀ ਪਾੜ ਲਿਆਉਂਦਾ ਏ, ਇਹ ਸਭ ਕੁਝ ਕੀ ਹੈ? ਉਸਨੇ ਹੱਸਦੇ ਹੱਸਦੇ ਦੱਸਣਾ ਕਿ ਇਹ ਕਿਤਾਬਾਂ ਬਹੁਤ ਕੀਮਤੀ ਹਨ, ਇਹ ਉਹਨਾਂ ਸ਼ਹੀਦਾਂ ਤੇ ਦੇਸ਼ ਭਗਤਾਂ ਬਾਰੇ ਹਨ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਹਨ। ਇਹਨਾਂ ਵਿੱਚੋਂ ਕੁਝ ਕਿਤਾਬਾਂ ਇਟਲੀ, ਰੂਸ ਤੇ ਆਇਰਲੈਂਡ ਦੇ ਦੇਸ਼ ਭਗਤਾਂ ਬਾਰੇ ਹਨ। ਬੱਚਿਓ, ਤੁਹਾਨੂੰ ਵੀ ਅੱਜ ਦੇਸ਼ ਭਗਤਾਂ ਦੇ ਤਜਰਬੇ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਤਾਂ ਜੋ ਤੁਸੀਂ ਵੀ ਅੱਜ ਦੇ ਹਾਲਾਤ ਮੁਤਾਬਕ ਆਪਣਾ ਰਸਤਾ ਲੱਭ ਸਕੋ।
ਇਹ ਉਹਨਾਂ ਦੇ ਮਾਤਾ ਜੀ ਵਿਦਿਆਵਤੀ ਹੁਣਾਂ ਦਾ ਇੱਕ ਸੁਨੇਹਾ ਨੌਜਵਾਨਾਂ ਦੇ ਨਾਮ ਹੈ। ਉਹਦੇ ਅਖੀਰ ਦੇ ਵਿੱਚ ਉਹਨਾਂ ਨੇ ਕਿਤਾਬਾਂ ਪੜ੍ਹਨ ਦੀ ਤਾਕੀਦ ਕੀਤੀ ਹੈ। ਖੈਰ, ਕਿਤਾਬਾਂ ਪੜ੍ਹਨ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪਿਰਤ ਸ਼ੁਰੂ ਹੋ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਸੁਖਜਿੰਦਰ ਜੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ 'ਤੇ ਕੁਝ ਖਾਸ ਤਰ੍ਹਾਂ ਦਾ ਦਬਾਅ ਪਾ ਕੇ ਜਾਂ ਪੰਜਾਬ ਸਰਕਾਰ ਦੇ ਨਾਲ ਓਪਨ ਜਿਹੜੀ ਗੱਲਬਾਤ ਕਰਕੇ ਤੁਸੀਂ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ਨੂੰ ਉਚੇਚੇ ਤੌਰ ਦੇ ਉੱਤੇ ਨੌਜਵਾਨਾਂ ਦੇ ਵਿੱਚ ਪ੍ਰਚਲਿਤ ਕਰਨ ਦੇ ਲਈ ਕੁਝ ਉਪਰਾਲੇ ਕਰ ਸਕਦੇ ਹੋ? ਕਿਉਂਕਿ ਮੈਨੂੰ ਇੰਨਾ ਯਾਦ ਹੈ ਕਿ ਜਿਸ ਵੇਲੇ ਅਸੀਂ ਪੜ੍ਹਿਆ ਕਰਦੇ ਸੀ, ਇੱਕ ਛੋਟਾ ਜਿਹਾ ਲੇਖ ਹੁੰਦਾ ਸੀ ਭਗਤ ਸਿੰਘ 'ਤੇ, ਉਸ ਤੋਂ ਬਾਅਦ ਉਹਦੀ ਵਿਚਾਰਧਾਰਾ, ਉਹਦੀ ਫਿਲਾਸਫੀ ਦੀ ਕਦੇ ਕੋਈ ਗੱਲ ਨਹੀਂ ਸੀ ਹੁੰਦੀ। ਅਨਲੈਸ ਅੰਟਿਲ ਕੋਈ ਹਿਸਟਰੀ ਦਾ ਸਟੂਡੈਂਟ ਹੋਏਗਾ ਉਹਦੇ ਲਈ ਇਹ ਵੱਖਰੀ ਗੱਲ ਹੋਏਗੀ, ਪਰ ਜਿਹੜਾ ਇੱਕ ਸਧਾਰਨ ਨੌਜਵਾਨ ਹੁੰਦਾ ਸੀ ਉਹਨੂੰ ਇੱਕ ਡੇਢ ਪੇਜ ਦੇ ਲੇਖ ਤੋਂ ਇਲਾਵਾ ਭਗਤ ਸਿੰਘ ਬਾਰੇ ਕੁਝ ਨਹੀਂ ਸੀ ਪਤਾ ਹੁੰਦਾ। ਬਿਲਕੁਲ ਜੀ, ਕਿਉਂਕਿ ਇਹ ਨਹੀਂ ਕਿ ਹੁਣ ਸਰਕਾਰ ਬਣ ਗਈ ਹੈ ਅਸੀਂ ਇਹ ਹੁਣ ਹੀ ਡਿਮਾਂਡ ਕਰਾਂਗੇ। ਅਸੀਂ ਸ਼ੁਰੂ ਤੋਂ ਹੀ ਜਦੋਂ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਹਾਂ, ਸਾਡੀ ਹਰ ਜਗ੍ਹਾ ਕੋਸ਼ਿਸ਼ ਹੁੰਦੀ ਹੈ ਕਿ ਹਰ ਪਿੰਡ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਹਰ ਸ਼ਹਿਰ ਦੇ ਮੁਹੱਲੇ ਦੇ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਕਿ ਨੌਜਵਾਨ ਪੀੜ੍ਹੀ ਖਾਸ ਕਰਕੇ ਜਿਹੜੇ ਕੋਈ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਲੋਕਾਂ ਪ੍ਰਤੀ, ਪੰਜਾਬ ਦੀ ਖਾਸ ਕਰਕੇ ਨੌਜਵਾਨ ਪੀੜ੍ਹੀ ਪ੍ਰਤੀ ਫਿਕਰਮੰਦ ਲੋਕ ਨੇ, ਉਹ ਫਿਕਰਮੰਦੀ ਇਸੇ ਦੇ ਵਿੱਚੋਂ ਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਤਰ੍ਹਾਂ ਦਾ ਹੁਕਮਰਾਨਾਂ ਨੇ ਡੀਰੇਲ ਕਰਤਾ ਕਿ ਉਹਨਾਂ ਨੂੰ ਚਾਹੇ ਉਹ ਡਰੱਗਸ ਦੀ ਗੱਲ ਹੋਵੇ, ਚਾਹੇ ਕੋਈ ਹੋਰ ਗੈਂਗਸਟਰ ਬਣਾਉਣ ਵਾਲੇ ਪਾਸੇ ਦੀ ਗੱਲ ਹੋਵੇ, ਚਾਹੇ ਜਿਹੜੀਆਂ ਸਾਡੇ ਸਮਾਜ 'ਚ ਹੋਰ ਕ੍ਰਿਤੀਆਂ ਉਹਨਾਂ ਵੱਲ ਧੱਕਣ ਦੀ ਗੱਲ ਹੋਵੇ। ਸੋ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਪਿੰਡ ਪਿੰਡ ਲਾਇਬ੍ਰੇਰੀਆਂ ਹੋਣ ਤਾਂ ਕਿ ਨੌਜਵਾਨ ਪੀੜ੍ਹੀ ਹੈ ਉੱਥੋਂ ਕੋਈ ਸੇਧ ਲੈ ਸਕੇ। ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੀ ਸਾਡੀ ਇਹ ਡਿਮਾਂਡ ਵੀ ਹੈ ਤੇ ਨਾਲ ਦੀ ਨਾਲ ਕੋਸ਼ਿਸ਼ ਹੋਏਗੀ ਕਿ ਜਿੰਨਾ ਵੀ ਇਹਦੇ ਤੇ ਪ੍ਰੈਸ਼ਰ ਬਿਲਡ ਕੀਤਾ ਜਾ ਸਕਦਾ ਹੈ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਲਾਇਬ੍ਰੇਰੀ ਚਾਹੀਦੀ ਹੈ। ਦੂਸਰਾ, ਇਹਦੇ ਨਾਲ ਦੀ ਨਾਲ ਅਸੀਂ ਜਲਿਆਂਵਾਲੇ ਬਾਗ 'ਚ 3 ਸਾਲ ਪਹਿਲਾਂ ਜਾ ਕੇ ਉੱਥੇ ਵਿਸਾਖੀ ਵਾਲੇ ਦਿਨ ਡਿਮਾਂਡ ਕੀਤੀ ਸੀ ਕਿ ਪੰਜਾਬ ਦੇ ਇਤਿਹਾਸ ਨਾਲ ਰਿਲੇਟਡ, ਪੰਜਾਬ ਦੀ ਫਰੀडम ਮੂਵਮੈਂਟ ਨਾਲ ਰਿਲੇਟਡ ਜਿੰਨੀਆਂ ਵੀ ਕੋਈ ਲਿਖਤਾਂ ਹੈਗੀਆਂ ਹੈ ਜਾਂ ਸਾਡੇ ਦੇਸ਼ ਭਗਤਾਂ ਦੀਆਂ ਲਿਖੀਆਂ ਹੋਈਆਂ, ਚਾਹੇ ਉਹ ਭਗਤ ਸਿੰਘ ਦੀਆਂ, ਉਹ ਸਾਡੇ ਸਿਲੇਬਸ ਦਾ ਹਿੱਸਾ ਬਣਨੀਆਂ ਚਾਹੀਦੀਆਂ। ਸੋ ਇਸ ਨੂੰ ਲੈ ਕੇ ਵੀ ਅਸੀਂ ਆਉਣ ਵਾਲੇ ਸਮਾਂ ਦੇ ਵਿੱਚ ਸ਼ਾਇਦ ਜੇ ਸਰਕਾਰ ਇਹ ਭਗਤ ਸਿੰਘ ਦਾ ਨਾਂ ਲੈ ਰਹੀ ਹੈ ਜਾਂ ਭਗਤ ਸਿੰਘ ਦੇ ਨਾਂ ਤੇ ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ, ਤੇ ਸ਼ਾਇਦ ਉਹ ਕੋਈ ਆਪਣੇ ਆਪ ਹੀ ਸਾਡੀ ਇੱਕ ਅਪੀਲ ਤੋਂ ਬਿਨਾਂ ਹੀ ਹੈ ਉਹ ਸਾਰੀਆਂ ਦੀਆਂ ਸਾਰੀਆਂ ਫਰੀडम ਮੂਵਮੈਂਟ ਦੀਆਂ ਜਿਹੜੀਆਂ ਲਿਖਤਾਂ ਹੈ, ਜਿਹੜਾ ਫਰੀडम ਮੂਵਮੈਂਟ ਦਾ ਇਤਿਹਾਸ ਹੈ, ਪੰਜਾਬ ਦਾ ਇਤਿਹਾਸ ਹੈ, ਉਹਨਾਂ ਨੂੰ ਇੱਕ ਸਿਲੇਬਸ ਦਾ ਉਹ ਪਾਰਟ ਬਣਾਏਗੀ ਤਾਂ ਕਿ ਸਾਡੇ ਜਿਹੜੇ ਕੋਈ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ, ਜਿਹੜੇ ਕੋਈ ਸਾਡੇ ਨੌਜਵਾਨ ਆ ਜਿਹੜੇ ਕਾਲਜਾਂ ਦੇ ਵਿੱਚ ਪੜ੍ਹਦੇ ਆ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਆ, ਭਗਤ ਸਿੰਘ ਦੀ ਜੇ ਜੇਲ੍ਹ ਡਾਇਰੀ ਦੀ ਗੱਲ ਕਰਨੀ ਹੋਵੇ ਤੇ ਉਹ ਸਿਲੇਬਸ ਦਾ ਹਿੱਸਾ ਕਿਉਂ ਨਹੀਂ ਹੋ ਸਕਦੀ? ਭਗਤ ਸਿੰਘ ਦੀਆਂ ਲਿਖਤਾਂ, ਸਾਡੇ ਗਦਰੀ ਬਾਬਿਆਂ ਦੀਆਂ ਲਿਖਤਾਂ ਉਹ ਸਿਲੇਬਸ ਦਾ ਹਿੱਸਾ ਕਿਉਂ ਨਹੀਂ ਹੋ ਸਕਦੀਆਂ? ਸੋ ਇਸ ਕਰਕੇ ਇਮਾਨਦਾਰੀ ਕਿਸੇ ਕੋਈ, ਚਾਹੇ ਇੱਥੋਂ ਦਾ ਕੋਈ ਸਟੇਟ ਦਾ ਮੁਖੀ ਹੈ, ਚਾਹੇ ਕੋਈ ਵਿਧਾਇਕ ਆ, ਚਾਹੇ ਕੋਈ ਸਰਕਾਰ ਆ, ਉਹਦੀ ਇਸੇ 'ਚ ਆ ਕਿ ਉਹਨੂੰ ਸੱਚਮੁੱਚ ਜੇ ਕੋਈ ਉਹ ਪੰਜਾਬ ਦੇ ਆਪਦੇ ਵਿਰਸੇ ਤੇ ਮਾਣ ਆ ਤੇ ਉਹ ਵਿਰਸੇ ਨੂੰ ਇੰਟਰੋਡਿਊਸ ਕਰਾਉਣਾ ਚਾਹੀਦਾ ਇੱਕ ਸਿਲੇਬਸ ਦੇ ਥਰੂ, ਲਾਇਬ੍ਰੇਰੀਆਂ ਦੇ ਥਰੂ। ਜੇ ਭਗਤ ਸਿੰਘ ਦੀ ਗੱਲ ਕਰਦੇ ਆ ਤੇ ਭਗਤ ਸਿੰਘ ਅੱਜ ਜਿਹਨੂੰ ਕਹਿ ਸਕਦੇ ਆ ਕਿ ਕੁਛ ਤਰ੍ਹਾਂ ਕੈਸ਼ ਵੀ ਕਰਨ ਦੀ ਕੋਸ਼ਿਸ਼ ਆ। ਜੇ ਭਗਤ ਸਿੰਘ ਅੱਜ ਦੀ ਨੌਜਵਾਨ ਪੀੜ੍ਹੀ ਦਾ ਆਈਡਲ ਆ, ਭਗਤ ਸਿੰਘ ਕੋਈ ਇਹ ਐਵੇਂ ਨਹੀਂ ਬਣ ਗਿਆ। ਜਿਵੇਂ ਤੁਸੀਂ ਉਹਨਾਂ ਦੀ ਮਾਤਾ ਦਾ ਇੱਕ ਰੈਫਰੈਂਸ ਦਿੱਤਾ, ਇੱਕ ਉਹਨਾਂ ਦਾ ਜਿਹੜੀ ਉਹਨਾਂ ਦੀ ਲੈਟਰ ਸੀਗੀ ਉਹਦੇ ਚੋਂ ਕਿ ਭਗਤ ਸਿੰਘ ਆਪਣੀ ਜੇਬ ਦੇ ਵਿੱਚ ਉਹ ਕਿਤਾਬਾਂ ਰੱਖਦਾ ਸੀਗਾ। ਜਦੋਂ ਉਹ ਜੇਲ੍ਹ ਦੇ ਵਿੱਚ ਜਾਂਦਾ 8 ਅਪ੍ਰੈਲ 1929 ਤੋਂ ਬਾਅਦ, ਜਦੋਂ ਅਸੈਂਬਲੀ ਦੇ ਵਿੱਚ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਇੱਕ ਧਮਾਕਾ ਕਰਕੇ ਜੇਲ੍ਹ ਦੇ ਵਿੱਚ ਚਲੇ ਜਾਂਦੇ ਆ, ਉਹ ਕੱਲਾ ਜੇਲ੍ਹ ਦੇ ਪੀਰੀਅਡ ਦੇ ਦੌਰਾਨ ਹੀ, ਜਿਹੜਾ ਤੁਸੀਂ ਰੈਫਰੈਂਸ ਦਿੱਤਾ ਉਹ ਜੇਲ੍ਹ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਭਗਤ ਸਿੰਘ ਆਪਦੀ ਜੇਲ੍ਹ ਦੇ ਵਿੱਚ ਹੀ 300 ਤੋਂ ਵੱਧ ਕਿਤਾਬਾਂ ਜਿਨ੍ਹਾਂ ਦੀ ਉਹ ਸਟੱਡੀ ਕਰਦਾ ਹੈ। ਉਹਦੀ ਸਭ ਤੋਂ ਖੂਬਸੂਰਤ ਜਿਹੜੀ ਐਗਜ਼ਾਮਪਲ ਆ ਸਾਡੇ ਸਾਹਮਣੇ, ਜਿਹੜੀ ਉਹਦੀ ਜੇਲ੍ਹ ਡਾਇਰੀ ਆ। ਭਗਤ ਸਿੰਘ ਦਾ ਬੌਧਿਕ ਕੱਦ ਕਿੱਡਾ ਵੱਡਾ, ਭਗਤ ਸਿੰਘ ਦੀਆਂ ਜਿਹੜੀਆਂ ਫਿਕਰਮੰਦੀਆਂ, ਭਗਤ ਸਿੰਘ ਦੀ ਜਿਹੜੀ ਬੁੱਧੀ ਦਾ ਜਿਹੜੀ ਵਿਸ਼ਾਲਤਾ ਉਹ ਕਿੰਨੀ ਵੱਡੀ ਆ, ਉਹਦੀ ਜੇਲ੍ਹ ਡਾਇਰੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਹਾਂ ਭਗਤ ਸਿੰਘ, ਚਾਹੇ ਉਹ ਕੋਈ ਕਾਨੂੰਨ ਦੀ ਗੱਲ ਹੋਵੇ, ਚਾਹੇ ਕੋਈ ਇਕਨੋਮੀ ਦੀ ਗੱਲ ਹੋਵੇ, ਚਾਹੇ ਕੋਈ ਸਮਾਜ ਦੀ ਗੱਲ ਹੋਵੇ, ਚਾਹੇ ਕੋਈ ਐਗਰੀਕਲਚਰ ਦੀ ਗੱਲ ਹੋਵੇ, ਉਹਨੇ ਉਹ ਸਾਰੇ ਪੂਰੇ ਵਰਲਡ ਦੇ ਜਿਹੜੇ ਕੋਈ ਰਾਈਟਰ ਆ, ਜਿਹੜੇ ਕੋਈ ਬੁੱਧੀਜੀਵੀ ਆ, ਉਹ ਨੋਟ ਕੀਤੇ ਉਹਨੇ ਆਪਦੀ ਜੇਲ੍ਹ ਡਾਇਰੀ ਦੇ ਵਿੱਚ। ਅਸੀਂ ਕਹਿ ਸਕਦੇ ਹਾਂ ਕਿ ਸਾਡੀ ਬਦਕਿਸਮਤੀ ਆ ਸਾਡੇ ਸਮਾਜ ਦੀ ਕਿ ਭਗਤ ਸਿੰਘ ਨੇ ਜਿਹੜੇ ਉਹ ਨੋਟ ਕੀਤੇ ਸੀਗੇ, ਜਿਹੜੇ ਆਪਦੀ ਜੇਲ੍ਹ ਦੇ ਵਿੱਚ, ਜਿਹੜੀ ਸਾਡੇ ਅੱਜ ਮੌਜੂਦ ਆ ਜੇਲ੍ਹ ਡਾਇਰੀ ਦੇ ਰੂਪ ਦੇ ਵਿੱਚ, ਉਹਨਾਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ, ਉਹਨਾਂ ਨੂੰ ਲਿਖਣ ਦਾ ਮੌਕਾ ਨਹੀਂ ਮਿਲਿਆ। ਉਹ ਨੋਟ ਕਰ ਲਏ, ਜੇ ਉਹ ਐਕਸਪਲੇਨ ਕਰਦੇ ਕਿ ਅਸੀਂ ਭਾਰਤ ਦਾ ਨਕਸ਼ਾ ਕਿਸ ਤਰ੍ਹਾਂ ਦਾ ਹੋਵੇ, ਸਾਡੀ
ਨੌਜਵਾਨ ਪੀੜ੍ਹੀ ਦਾ ਭਵਿੱਖ ਕਿਹੋ ਜਿਹਾ ਹੋਵੇ, ਸਾਡਾ ਜਿਹੜਾ ਦੇਸ਼ ਦੇ ਵਿੱਚ ਢਾਂਚਾ ਕਿਹੋ ਜਿਹਾ ਹੋਵੇ, ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਸ਼ਾਇਦ ਇਸੇ ਚੋਂ ਹੀ ਕਿ ਜਦੋਂ ਭਗਤ ਸਿੰਘ ਨੇ ਜੇਲ੍ਹ ਦੇ ਵਿੱਚ 300 ਤੋਂ ਵਧੇਰੇ ਕਿਤਾਬਾਂ ਪੜ੍ਹੀਆਂ, ਸਰਕਾਰ ਦੇ ਧਿਆਨ ਦੇ ਵਿੱਚ ਕੁਝ ਕਿਤਾਬਾਂ, 4 ਕਿਤਾਬਾਂ ਤਾਂ ਉਹ ਆ ਜਿਨ੍ਹਾਂ ਦੇ ਆਪਾਂ ਨੂੰ ਨਾਂ ਪਤਾ, ਪਰ ਉਹ ਕਿਤਾਬਾਂ ਪਤਾ ਨਹੀਂ ਲੱਗਾ ਕਿੱਥੇ ਗਈਆਂ। ਸਿਰਫ ਜੇਲ੍ਹ ਡਾਇਰੀ ਦੇ ਰੂਪ ਦੇ ਵਿੱਚ ਜੇ ਸਾਡੇ ਕੋਲੇ ਮੌਜੂਦ ਆ, ਤੇ ਕੁਦਰਤੀ ਹੈ ਜਿਹੜੀ ਉਸ ਵੇਲੇ ਦੇ ਹੁਕਮਰਾਨ ਆ, ਜਿਹੜੇ ਉਸ ਵੇਲੇ ਦੀ ਸਰਕਾਰ ਆ, ਉਹਨੂੰ ਵੀ ਇਹ ਸਾਰਾ ਕੁਝ ਪਤਾ ਸੀਗਾ ਕਿ ਭਗਤ ਸਿੰਘ ਕਿਹੋ ਜਿਹਾ ਸਮਾਜ ਚਾਹੁੰਦਾ। ਸੋ ਸਾਡੇ ਦੇਸ਼ ਦੇ ਸਿਆਸਤਦਾਨਾਂ ਨੇ ਵੀ ਤੇ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਨੇ ਵੀ ਮਿਲ ਕੇ ਕਿ ਸਾਡੇ ਲਈ ਇਹ ਜਿਹੜੇ ਕੋਈ ਰਾਜ ਕਰਦੇ ਆ, ਜਿਹੜੇ ਕੋਈ ਸਾਮਰਾਜਵਾਦੀ ਹੈ, ਭਗਤ ਸਿੰਘ ਦਾ ਜਿਉਣਾ ਉਹਨਾਂ ਦੇ ਲਈ ਵੀ ਘਾਤਕ ਹੋਏਗਾ, ਤੇ ਜਿਨ੍ਹਾਂ ਦੇ ਹੈਂਡਓਵਰ ਕਰਕੇ ਜਾਣਗੇ ਅੰਗਰੇਜ਼, ਉਹਨਾਂ ਦੇ ਲਈ ਵੀ ਭਗਤ ਸਿੰਘ ਦਾ ਜਿਉਣਾ ਜਿਹੜਾ ਖਤਰਨਾਕ ਹੋਏਗਾ। ਸੋ ਇਸੇ ਕਰਕੇ ਹੀ ਕਿ ਭਗਤ ਸਿੰਘ ਨੂੰ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਾਰੇ ਜਿਹੜੇ ਕੋਈ ਨਿਯਮ ਕਾਨੂੰਨ ਆ, ਛਿੱਕੇ ਟਾਂਕੇ ਆ, ਭਗਤ ਸਿੰਘ ਨੂੰ ਉਹਦਾ ਜੀਵਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਭਗਤ ਸਿੰਘ ਉਹਦੇ ਬਾਵਜੂਦ ਜਿੰਨੀਆਂ ਕੁ ਉਹਦੀਆਂ ਲਿਖਤਾਂ ਸਾਡੇ ਲਈ ਛੱਡ ਗਿਆ, ਇਹ ਸੰਭਾਵਨਾ ਬਹੁਤ ਘਟ ਜਾਂਦੀ ਹੈ। ਬੜੇ ਸਮੇਂ ਤੇ ਹਰ ਇੱਕ ਨੇ ਕੋਸ਼ਿਸ਼ ਕੀਤੀ ਹੈ ਕਿ ਭਗਤ ਸਿੰਘ ਨੂੰ ਮਿਸਯੂਜ਼ ਕੀਤਾ ਜਾਵੇ। ਸ਼ਾਇਦ ਜੇ ਉਹ ਲਿਖ ਕੇ ਨਾ ਜਾਂਦੇ ਤੇ ਅੱਜ ਕੋਈ ਵੀ ਉਹਨਾਂ ਦਾ ਮਿਸਯੂਜ਼ ਕਰ ਸਕਦਾ ਸੀਗਾ। ਪਰ ਜਦੋਂ ਹੀ ਕੋਈ ਕਰਨ ਲੱਗਦਾ ਹੈ, ਜਿਹੜੀਆਂ ਭਗਤ ਸਿੰਘ ਦੀਆਂ ਲਿਖਤਾਂ ਆਪ ਆ ਕੇ ਨੌਜਵਾਨ ਪੀੜ੍ਹੀ 'ਚ ਦੱਸ ਦਿੰਦੀਆਂ ਕਿ ਨਹੀਂ, ਕੋਈ ਸਿਆਸਤਦਾਨ ਆ, ਚਾਹੇ ਕੋਈ CM ਆ, ਚਾਹੇ ਕੋਈ ਵਿਧਾਇਕ ਆ, ਚਾਹੇ ਕੋਈ ਹੋਰ ਜਿਹੜਾ ਕੋਈ ਸੋਸ਼ਲ ਵਰਕਰ ਆ, ਉਹ ਮਿਸਯੂਜ਼ ਕਰ ਰਿਹਾ ਮੇਰੇ ਨਾਂ ਨੂੰ। ਸੋ ਇਸ ਕਰਕੇ ਸਾਡੇ ਲਈ ਇਹ ਖੁਸ਼ੀ ਦੀ ਗੱਲ ਆ ਕਿ ਭਗਤ ਸਿੰਘ ਜਿਹੜੀਆਂ ਇੰਨੀਆਂ ਲਿਖਤਾਂ ਛੱਡ ਕੇ ਗਿਆ ਕਿ ਨੌਜਵਾਨ ਪੀੜ੍ਹੀ ਸਮੇਂ ਤੇ, ਚਾਹੇ ਸਰਕਾਰਾਂ ਨੇ ਕੋਸ਼ਿਸ਼ ਕੀਤੀ ਆ ਕਿ ਭਗਤ ਸਿੰਘ ਨੂੰ ਨੌਜਵਾਨ ਪੀੜ੍ਹੀ ਚੋਂ ਗਾਇਬ ਕਰ ਦਿੱਤਾ ਜਾਵੇ, ਪਰ ਉਹਦੀਆਂ ਲਿਖਤਾਂ ਜਿਹੜੀ ਉਹਦੀ ਬੁੱਧੀਮਾਨਤਾ ਉਹ ਫਿਰ ਪ੍ਰਗਟ ਹੋ ਜਾਂਦੀ ਆ। ਉਹ ਕਿਤੇ 10 ਸਾਲ ਬਾਅਦ, ਕਿਤੇ 15 ਸਾਲਾਂ ਬਾਅਦ, ਕਿਤੇ 50 ਸਾਲਾਂ ਬਾਅਦ। ਅੱਛਾ ਸੁਖਜਿੰਦਰ ਜੀ, ਇੱਕ ਗੱਲ ਹੋਰ ਹੈ, ਤੁਸੀਂ ਵਿੱਚ ਕਈ ਵਾਰੀ ਖਦਸ਼ਾ ਪ੍ਰਗਟ ਕੀਤਾ ਇਸ ਗੱਲ ਦਾ ਕਿ ਭਗਤ ਸਿੰਘ ਦੇ ਨਾਮ ਦਾ ਮਿਸਯੂਜ਼ ਵੀ ਕਰ ਰਹੇ ਹੈਗੇ ਆ। ਚਲੋ ਭਗਤ ਸਿੰਘ ਦੀ ਫੋਟੋ ਦੀ ਗੱਲ ਹੋ ਗਈ। ਭਗਤ ਸਿੰਘ ਦੀ ਫੋਟੋ ਤੋਂ ਇਲਾਵਾ ਸਭ ਤੋਂ ਮੇਨ ਚੀਜ਼ ਹੈਗੀ ਆ ਉਹਦੀ ਫਿਲਾਸਫੀ ਦੀ ਗੱਲ ਹੈ, ਨਾ ਉਹਦੀ ਪੱਗ ਦੀ, ਨਾ ਉਹਦੀ ਹੈਟ ਦੀ, ਤੇ ਨਾ ਕਿਸੇ ਹੋਰ ਚੀਜ਼ ਦੀ। ਤਰ੍ਹਾਂ ਦੇ ਨਾਲ ਭਗਤ ਸਿੰਘ ਦੀ ਫੋਟੋ ਪੇਸ਼ ਕੀਤੀ ਜਾਂਦੀ ਰਹੀ ਹੈ। ਨੋਟਾਂ ਤੇ ਉਹਦੀ ਫੋਟੋ ਲਾਉਣ ਦੀ ਵੀ ਗੱਲ ਚੱਲਦੀ ਰਹੀ ਹੈ। ਇਹ ਤੁਸੀਂ ਬੁੱਤ ਦੀ ਵੀ ਗੱਲ ਕੀਤੀ ਹੈ, ਚਾਹੇ ਤਸਵੀਰਾਂ ਨੇ, ਚਾਹੇ ਬੁੱਤ ਆ, ਇਹ ਸਾਰੀਆਂ ਗੱਲਾਂ ਆਪਾਂ ਇੱਕ ਪਾਸੇ ਰੱਖ ਦਈਏ। ਸਟਿਲ ਜਿਹੜੀ ਫਿਲਾਸਫੀ ਦੀ ਗੱਲ ਹੈਗੀ ਆ, ਜਦੋਂ ਹੁਣ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਇੰਨਾ ਬੁਲੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ, ਪੰਜਾਬ ਦੇ ਚੀਫ ਮਿਨਿਸਟਰ ਜਿੱਥੇ ਵੀ ਖੜੇ ਹੋ ਰਹੇ ਆ ਉੱਥੇ ਇਹ ਨਾਰਾ ਬੁਲੰਦ ਕਰ ਰਹੇ ਹੈਗੇ ਆ। ਜੇ ਮੈਂ ਤੁਹਾਡੇ ਕੋਲੋਂ ਸਿੱਧੀ ਸਪਸ਼ਟ ਗੱਲ ਪੁੱਛਾਂ ਕਿ 10 ਮਾਰਚ ਨੂੰ ਜਦੋਂ ਚੋਣਾਂ ਦੇ ਨਤੀਜੇ ਆਏ ਆ ਤੇ ਉਸ ਤੋਂ ਪਹਿਲਾਂ ਤੇ ਅੱਜ, ਕੀ ਭਗਤ ਸਿੰਘ ਦੀ ਵਿਚਾਰਧਾਰਾ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ? ਦੇਖੋ ਜੀ, ਭਗਤ ਸਿੰਘ ਹਰ ਇੱਕ ਨੂੰ ਰਾਈਟ ਆ ਇਹ ਕਿ ਭਗਤ ਸਿੰਘ ਦਾ ਨਾਂ ਲੈ ਸਕੇ, ਪਰ ਭਗਤ ਸਿੰਘ ਅਸਲ ਦੇ ਵਿੱਚ ਹੈ ਕੀ ਆ, ਜਾਂ ਜਿਹੜੇ ਕੋਈ ਉਹਦੇ ਪੈਰੋਕਾਰ ਆ, ਇਹ ਉਹਨਾਂ ਨੇ ਦੇਖਣਾ ਹੈ ਕਿ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਉਹਨੂੰ ਸੁਰੱਖਿਅਤ ਰੱਖਣ ਲਈ ਉਹ ਕੀ ਕਰ ਰਿਹਾ। ਸਾਡੇ ਜੇ ਆਪਾਂ ਇੱਥੇ ਪੰਜਾਬ ਦੀ ਗੱਲ ਕਰਦੇ ਹਾਂ ਕਿ ਉਹ ਨਾਅਰਾ ਦੇ ਰਹੇ ਆ ਕਿ ਜਦੋਂ ਤੋਂ ਰਿਜ਼ਲਟ ਆਇਆ 10 ਮਾਰਚ ਤੋਂ ਬਾਅਦ, ਆਪਾਂ ਜੇ ਉਹਨਾਂ ਦੀ ਗੱਲ ਛੱਡ ਵੀ ਲਈਏ, ਸਾਡੇ ਦੇਸ਼ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਕਿ ਸਾਨੂੰ RSS ਤੋਂ ਖਤਰਾ ਜਾਂ BJP ਤੋਂ ਖਤਰਾ, ਉਹ ਵੀ ਆਪਦੇ ਪੋਸਟਰਾਂ ਤੇ ਭਗਤ ਸਿੰਘ ਦੀ ਉਹ ਤਸਵੀਰ ਲਾਉਣ ਦੀ ਗੱਲ ਕਰਦੇ ਆ। ਸੋ ਇਸ ਕਰਕੇ ਮਸਲਾ ਇਹ ਨਹੀਂ ਕਿ ਕੌਣ ਭਗਤ ਸਿੰਘ ਦੀ ਤਸਵੀਰ ਲਾ ਰਿਹਾ, ਜਾਂ ਦੂਸਰਾ ਕੋਈ CM ਆ, ਚਾਹੇ ਕੋਈ ਸਰਕਾਰ ਆ, ਚਾਹੇ ਕੋਈ ਸੰਸਥਾ ਹੈ, ਉਹਦੇ ਨਾਮ ਦਾ ਇਸਤੇਮਾਲ ਕਰ ਰਹੀ ਹੈ। ਗੱਲ ਇਹ ਹੈ ਕਿ ਜਿਹੜੇ ਭਗਤ ਸਿੰਘ ਦੇ ਪੈਰੋਕਾਰ ਅਖਵਾਉਂਦੇ ਆ, ਜਾਂ ਜਿਹੜੇ ਕੋਈ ਭਗਤ ਸਿੰਘ ਦੇ ਫਾਲੋਅਰ ਆ, ਜਾਂ ਜਿਹੜੇ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੇ ਹਤੈਸ਼ੀ ਆ, ਉਹ ਕਿੰਨੇ ਵੱਡੇ ਪੱਧਰ ਤੇ ਐਫਰਟਸ ਕਰ ਰਹੇ ਆ। ਸੋ ਇਸ ਕਰਕੇ RSS ਨੇ ਆਪਣੇ ਤੌਰ ਤੇ ਕਰਨਾ ਹੈ ਕਿ ਭਗਤ ਸਿੰਘ ਆਪਣੇ ਤਰੀਕੇ ਦਾ ਪੇਸ਼ ਕਰੇ, ਜਾਂ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕੋਈ ਸੱਤਾ ਤੇ ਵਿਰਾਜਮਾਨ ਆ, ਉਹਨਾਂ ਨੇ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਨੀ ਹੈ। ਸੋ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਭਗਤ ਸਿੰਘ ਨੂੰ ਸਿਰਫ ਉਹੀ ਪੇਸ਼ ਕੀਤਾ ਜਾਵੇ ਜੋ ਭਗਤ ਸਿੰਘ ਹੈ। ਭਗਤ ਸਿੰਘ ਦੀਆਂ ਲਿਖਤਾਂ ਦੇ ਥਰੂ ਜੇ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਗੱਲ ਆਈ ਹੈ, ਤੇ ਭਗਤ ਸਿੰਘ ਨੇ ਇਸ ਗੱਲ ਨੂੰ ਕਲੀਅਰ ਕੀਤਾ ਸੀਗਾ ਕਿ ਸਾਡਾ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨੀ ਚਾਹੁੰਦੇ ਹਾਂ। ਇਹ ਉਹਦੀ ਫਿਲਾਸਫੀ ਹੈ, ਸਮਾਜਵਾਦੀ ਸਮਾਜ। ਹੁਣ ਇਹ ਫਿਲਾਸਫੀ ਅੱਗੇ ਜੇ ਐਕਸਪਲੇਨ ਕਰਨੀ ਹੋਵੇ, ਆਮ ਪਬਲਿਕ ਨੂੰ ਕਹਿਣਾ ਹੋਵੇ, ਤੇ ਸਮਾਜਵਾਦੀ ਸਮਾਜ ਕੀ ਹੋਊਗਾ, ਤੇ ਕੋਈ ਵੀ ਇਹ ਕਹਿ ਸਕਦਾ ਕਿ ਹਾਂ ਜਿਹੜਾ ਕੋਈ ਸਰਕਾਰ ਇਹ ਫੈਸਲੇ ਲੈ ਰਹੀ ਆ ਇਹ ਸਮਾਜਵਾਦੀ ਸਮਾਜ ਆ। ਭਗਤ ਸਿੰਘ ਨੇ ਸ਼ਾਇਦ ਸਾਡੇ ਲਈ, ਫਿਰ ਅਸੀਂ ਕਹਿੰਦੇ ਆ ਕਿ ਇਸ ਗੱਲ ਦੇ ਲਈ ਅਸੀਂ
ਪ੍ਰਸ਼ੰਸਾ ਕਰ ਸਕਦੇ ਹਾਂ ਭਗਤ ਸਿੰਘ ਦੀ, ਅਸੀਂ ਉਹਨਾਂ ਤੇ ਮਾਣ ਕਰ ਸਕਦੇ ਹਾਂ ਕਿ ਉਹਨਾਂ ਨੇ ਕੋਈ ਗੁੰਜਾਇਸ਼ ਨਹੀਂ ਛੱਡੀ ਕਿ ਇਕੱਲਾ ਕੋਈ ਇਨਕਲਾਬ ਜਿੰਦਾਬਾਦ ਦਾ ਨਾਰਾ ਲੈਤਾ, ਇਕੱਲਾ ਇਹ ਕਹਿਤਾ ਕਿ ਅਸੀਂ ਸਮਾਜ ਦੀ ਸਥਾਪਨਾ ਕਰਨੀ ਹੈ। ਫਿਰ ਅੱਗੇ ਐਕਸਪਲੇਨ ਕਰਦੇ ਆ ਕਿ ਸਮਾਜਵਾਦੀ ਸਮਾਜ ਹੈ ਕੀ ਹੈ। ਉਹਦੇ ਵਿੱਚ ਜਿਹੜਾ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਉਹਦੇ ਵਿੱਚ ਨੋਟ ਕਰਦੇ ਆ ਕਿ ਜੇ ਅਸੀਂ ਸੱਤਾ ਤੇ ਬਿਰਾਜਮਾਨ ਹੁੰਨੇ ਆ, ਜਿਹੜਾ ਕੋਈ ਸਾਡਾ ਭਵਿੱਖ ਦਾ ਪ੍ਰੋਗਰਾਮ ਆ, ਉਹਦੇ ਲਈ ਅਸੀਂ ਕੀ ਕਰਾਂਗੇ। ਉਹਦੇ ਚੋਂ 8 ਪੁਆਇੰਟ ਨੋਟ ਕਰਾਉਂਦੇ ਆ ਕਿ ਸਾਡੇ ਕਰਨ ਵਾਲੇ ਕਿਹੜੇ ਕੰਮ ਆ। ਜਿੱਦਾਂ ਹੁਣ ਕੋਈ ਵੀ ਸਰਕਾਰ ਆ ਜਾਂ ਕੋਈ ਇਲੈਕਸ਼ਨ ਆ ਜਾਂਦੇ ਆ ਤੇ ਉਹਦੇ ਵਿੱਚ ਵੋਟ ਦੀ ਅਪੀਲ ਕਰਦੇ ਆ, ਕੋਈ ਮੈਨੀਫੈਸਟੋ ਜਾਰੀ ਕਰਦੇ ਆ, ਕੋਈ ਕਹਿੰਦਾ ਜੀ ਅਸੀਂ ਫ੍ਰੀ ਰਾਸ਼ਨ ਦੇਵਾਂਗੇ, ਫ੍ਰੀ ਆਹ ਦੇਵਾਂਗੇ। ਭਗਤ ਸਿੰਘ ਦਾ ਤੇ ਦੂਜਿਆਂ ਦਾ ਜਦੋਂ ਅਸੀਂ ਦੇਖ ਲਾਂਗੇ ਕਿ ਕੌਣ ਇਹਨੂੰ ਮਿਸਯੂਜ਼ ਕਰ ਰਿਹਾ ਤੇ ਕੌਣ ਭਗਤ ਸਿੰਘ ਦੀ ਵਿਚਾਰਧਾਰਾ ਤੇ ਅੱਗੇ ਪੰਜਾਬ ਨੂੰ ਲਿਜਾਣ ਦੀ ਗੱਲ ਕਰ ਰਿਹਾ ਜਾਂ ਪੰਜਾਬ ਭਗਤ ਸਿੰਘ ਦੇ ਸੁਪਨਿਆਂ ਦਾ ਬਣਾਉਣ ਦੀ ਗੱਲ ਕਰ ਰਿਹਾ। ਭਗਤ ਸਿੰਘ ਨੇ ਕਿਹਾ ਕਿ ਸਾਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ। ਜਿਹੜੇ 8 ਨੁਕਤਿਆਂ ਦੇ ਵਿੱਚੋਂ ਮੈਂ 3-4 ਤੁਹਾਡੇ ਨਾਲ ਸ਼ੇਅਰ ਕਰੂੰਗਾ। ਉਹ ਕਹਿੰਦਾ ਵੀ ਅਸੀਂ ਇੱਥੇ ਜਿਹੜੀ ਹੈ ਸਾਂਝੀ ਖੇਤੀ ਸਥਾਪਿਤ ਕਰਾਂਗੇ। ਜਿਹੜੀ ਹੈਗੀ ਹੈ ਇੱਥੇ ਕਾਰਖਾਨੇ ਆ, ਜਿਹੜੇ ਕਾਰਖਾਨਿਆਂ ਦਾ ਕੌਮੀਕਰਨ ਕਰਾਂਗੇ। ਕੌਮੀਕਰਨ ਦਾ ਮਤਲਬ ਆ ਨੈਸ਼ਨਲਾਈਜ਼ ਕਰਾਂਗੇ। ਹੁਣ ਸਾਡੇ ਨੈਸ਼ਨਲਾਈਜ਼ ਕਰਨ ਦਾ ਮਤਲਬ ਆ ਜੇ ਸਾਡੀ ਸਟੇਟ ਆ ਕਿ ਸਾਡੇ ਗਵਰਨਮੈਂਟ ਆ ਜਿੰਨੀ ਕੋਈ ਪ੍ਰਾਈਵੇਟ ਸੈਕਟਰ ਨੂੰ ਇੱਥੇ ਉਹ ਇਨਵਾਈਟ ਕਰ ਰਹੇ ਆ, ਚਾਹੇ ਉਹ ਟਰਾਂਸਪੋਰਟ ਦਾ ਸੈਕਟਰ ਹੋਵੇ, ਚਾਹੇ ਕੋਈ ਐਜੂਕੇਸ਼ਨ ਦਾ ਸੈਕਟਰ ਹੋਵੇ, ਚਾਹੇ ਹੈਲਥ ਦਾ ਸੈਕਟਰ ਹੋਵੇ, ਚਾਹੇ ਹੋਰ ਕੋਈ ਵੀ ਸੈਕਟਰ ਹੋਵੇ, ਜੇ ਪ੍ਰਾਈਵੇਟ ਸੈਕਟਰ ਨੂੰ ਇਨਵਾਈਟ ਕਰ ਰਹੇ ਆ, ਇਹਦਾ ਮਤਲਬ ਆ ਕਿ ਭਗਤ ਸਿੰਘ ਨੇ ਤਾਂ ਕਿਹਾ ਸੀਗਾ ਕਿ ਅਸੀਂ ਨੈਸ਼ਨਲਾਈਜ਼ ਕਰਾਂਗੇ, ਅਸੀਂ ਕੌਮੀਕਰਨ ਕਰਾਂਗੇ। ਇਹ ਤਾਂ ਫਿਰ ਉਹਦੇ ਅਗੇਂਸਟ ਆ। ਭਗਤ ਸਿੰਘ ਦਾ ਤਾਂ ਉਹਨਾਂ ਨੇ ਫਿਰ ਮਿਸਯੂਜ਼ ਕੀਤਾ। ਭਗਤ ਸਿੰਘ ਨੇ ਆਮ ਪੜ੍ਹਾਈ ਦੀ ਗੱਲ ਕੀਤੀ। ਆਮ ਪੜ੍ਹਾਈ ਉਹਨਾਂ ਨੁਕਤਿਆਂ ਦੇ ਵਿੱਚ ਹੀ ਆ, 8 ਦੇ ਵਿੱਚ। ਆਮ ਪੜ੍ਹਾਈ ਦਾ ਮਤਲਬ ਆ ਕਿ ਹਰ ਇੱਕ ਲਈ ਪੜ੍ਹਾਈ ਆ ਜਿਹੜੀ ਉਹ ਟੋਟਲੀ ਫ੍ਰੀ ਹੋਏਗੀ। ਇਹਦਾ ਮਤਲਬ ਇਹ ਹੈ। ਭਗਤ ਸਿੰਘ ਨੇ ਇਹ ਕਿਹਾ ਸੀਗਾ ਕਿ ਅਸੀਂ ਇਹ ਜਿਹੜਾ ਜ਼ਮੀਨ ਆ ਜਿਹੜਾ ਸਿਰਫ ਜਿਹੜਾ ਕਹਿਰਾ ਟੈਕਸ ਲਵਾਂਗੇ ਕਿਸਾਨਾਂ ਤੋਂ ਤੇ ਜਿਹੜੇ ਉਹਨਾਂ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਖਤਮ ਕਰਾਂਗੇ। ਹੁਣ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਹੈ, ਸਰਕਾਰ ਜਿਹੜੀ ਕੋਈ ਬਣਦੀ ਹੈ ਅਨਾਉਂਸ ਕਰ ਦਿੰਦੀ ਹੈ ਜਾਂ ਇੱਕ ਤਰ੍ਹਾਂ ਦਾ ਵਾਅਦਾ ਕਰ ਲੈਂਦੀ ਹੈ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾਂਗੇ। ਤੇ ਜਦੋਂ ਕੋਈ ਸੱਤਾ ਦੇ ਬਿਰਾਜਮਾਨ ਹੁੰਦਾ ਹੈ ਕਰਜ਼ਾ ਮਾਫ ਕਰਨਾ, ਫਿਰ ਉਹ ਕਹਿੰਦੇ ਵੀ ਅਸੀਂ ਜਿਹੜੇ ਕੋਈ ਸਹਿਕਾਰੀ ਸੁਸਾਇਟੀ ਉਹਨਾਂ ਦਾ ਕਰਜ਼ਾ ਖਤਮ ਕਰਾਂਗੇ। ਅੱਜ ਵੱਡੇ ਪੱਧਰ ਤੇ ਆ ਲੋਕਾਂ ਦੇ ਸਿਰ ਪ੍ਰਾਈਵੇਟ ਕਰਜ਼ਾ ਹੈ, ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦਾ ਕਰਜ਼ਾ। ਇਹਦਾ ਮਤਲਬ ਕੋਈ ਜਿਹੜਾ ਕੋਈ ਸਹਿਕਾਰੀ ਜਿਹੜੇ ਕੋਈ ਸੁਸਾਇਟੀਆਂ ਉਹਨਾਂ ਦਾ ਕਰਜ਼ਾ ਖਤਮ ਕਰ ਦੂਗਾ, ਉਹਦਾ ਤਾਂ ਸ਼ੇਅਰ ਬਹੁਤ ਥੋੜਾ। ਵੱਡੇ ਪੱਧਰ ਤੇ ਜਿਹੜਾ ਫਾਈਨਾਂਸ ਦਾ ਕਰਜ਼ਾ ਹੈ, ਫਿਰ ਸਾਨੂੰ ਉਹ ਦੇਖਣਾ ਪਏਗਾ ਕਿ ਭਗਤ ਸਿੰਘ ਨੇ ਕਿਹਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ ਹੈ। ਜੇ ਇਕੱਲਾ ਸਹਿਕਾਰੀ ਸੁਸਾਇਟੀਆਂ ਦਾ ਕਰਨਾ, ਦੂਜਾ ਖਤਮ ਨਹੀਂ ਕਰਨਾ, ਇਹਦਾ ਮਤਲਬ ਫਿਰ ਉਹ ਵੀ ਭਗਤ ਸਿੰਘ ਦੇ ਜਿਹੜੇ ਸੁਪਨਿਆਂ ਨੂੰ ਇੱਕ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਨ ਦਾ ਹੋਵੇਗਾ। ਭਗਤ ਸਿੰਘ ਦੇ ਜਿਹੜੇ 8 ਨੁਕਤੇ, ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਨੁਕਤਾ ਬੜਾ ਸਾਡੇ ਧਿਆਨ ਦੀ ਮੰਗ ਕਰਦਾ। ਉਹਨਾਂ ਨੇ ਕਿਹਾ ਕਿ ਕੰਮ ਕਰਨ ਦੇ ਜਿਹੜੇ ਘੰਟੇ ਆ ਜ਼ਰੂਰਤ ਮੁਤਾਬਕ ਘੱਟ ਤੋਂ ਘੱਟ ਕਰਨਾ। ਹੁਣ ਜਿਹੜੀ ਟਾਈਮ ਲਿਮਿਟ ਆ, ਜਿਹੜੇ ਕੋਈ ਅਸੀਂ ਜਿੱਥੇ ਜਾ ਕੇ ਕਿਤੇ ਵਰਕ ਕਰਦੇ ਆ, ਆਮ ਤੌਰ ਤੇ ਇਹਦੀ ਚਰਚਾ ਬਹੁਤ ਘੱਟ ਹੁੰਦੀ ਹੈ। ਭਗਤ ਸਿੰਘ ਨੂੰ ਅਜਿਹਾ ਕੀ ਲੱਗਾ ਕਿ ਜਿਹੜੀ ਟਾਈਮ ਲਿਮਿਟ ਆ, ਜਿਹੜਾ ਅਸੀਂ ਕਿਤੇ ਕੰਮ ਕਰਦੇ ਆ ਵੀ ਉਹਨੂੰ ਉਹ ਗੱਲ ਕਰ ਰਹੇ ਇਹਨੂੰ ਘੱਟ ਤੋਂ ਘੱਟ ਕਰਨਾ। ਜੇ ਇਸ ਨੁਕਤੇ ਨੂੰ ਅਸੀਂ ਐਕਸਪਲੇਨ ਕਰਨਾ ਹੋਵੇ ਜਾਂ ਇਹਨੂੰ ਸਮਝਣਾ ਹੋਵੇ ਕਿ ਕਿੱਥੇ ਲੋੜ ਪੈਂਦੀ ਹੈ। ਹੁਣ ਵੱਡੇ ਪੱਧਰ ਤੇ ਸਾਡੇ ਸਮਾਜ ਦੇ ਵਿੱਚ ਟੈਕਨੀਕ ਆ ਰਹੀ ਹੈ, ਚਾਹੇ ਐਗਰੀਕਲਚਰ ਹੋਵੇ, ਚਾਹੇ ਇੰਡਸਟਰੀ ਹੋਵੇ ਜਾਂ ਉੱਥੇ ਹੋਵੇ। ਟੈਕਨੀਕ ਦੇ ਆਉਣ ਨਾਲ ਇਹਦਾ ਮਤਲਬ ਇਹ ਹੈ ਕਿ ਜੇ ਇੱਕ ਫੈਕਟਰੀ ਦੇ ਵਿੱਚ, ਜੇ ਮੰਨ ਲਈਏ ਇੱਥੇ ਮੋਗੇ ਦੇ ਵਿੱਚ ਨੈਸਲੇ ਫੈਕਟਰੀ ਹੈ, ਜੇ ਇੱਕ ਸ਼ਿਫਟ ਦੇ ਵਿੱਚ 500 ਬੰਦਾ ਕੰਮ ਕਰਦਾ ਤੇ 3 ਸ਼ਿਫਟਾਂ ਦੇ ਵਿੱਚ 1500 ਬੰਦਾ ਕੰਮ ਕਰਦਾ। ਹੁਣ ਨਵੀਂ ਟੈਕਨੀਕ ਆਉਣ ਦੇ ਨਾਲ ਇਹ ਹੋ ਜਾਂਦਾ ਕਿ ਉਹਨੇ ਵਰਕਰਾਂ ਦੀ ਲੋੜ ਨਹੀਂ ਪੈਂਦੀ ਕਿ ਸਿਰਫ 1000 ਵਰਕਰ ਦੇ ਨਾਲ ਜਿਹੜੀਆਂ 3 ਸ਼ਿਫਟਾਂ ਦੇ ਵਿੱਚ ਉਹ ਗੁਜ਼ਾਰਾ ਹੋ ਜਾਂਦਾ। ਜਿਹੜਾ ਭਗਤ ਸਿੰਘ ਦਾ ਨੁਕਤਾ ਹੈ ਕਿ ਅਸੀਂ ਜਿਹੜਾ ਕੰਮ ਦਾ ਸਮਾਂ ਘੱਟ ਤੋਂ ਘੱਟ ਕਰਾਂਗੇ, ਫਿਰ ਸਾਨੂੰ ਇਹ ਦੇਖਣਾ ਪਏਗਾ ਕਿ ਇਹਦੇ ਕਿੱਡੇ ਵਿਸ਼ਾਲ ਅਰਥ ਆ ਕਿ ਭਗਤ ਸਿੰਘ ਇਹ ਚਾਹੁੰਦਾ ਹੈ ਕਿ ਜਿਹੜੀਆਂ 3 ਸ਼ਿਫਟਾਂ ਉੱਥੇ 1500 ਵਰਕਰ ਕੰਮ ਕਰਦਾ। ਕੋਈ ਟੈਕਨੀਕ ਆ ਗਈ ਹੋਰ ਕਿਸੇ ਫੀਲਡ ਚੋਂ, ਐਗਰੀਕਲਚਰ ਦੇ ਵਿੱਚੋਂ ਸਾਨੂੰ ਲੇਬਰ ਦੀ ਉਨੀ ਲੋੜ ਨਹੀਂ ਗੀ, ਕੰਮ ਦੀ ਉਨੀ ਲੋੜ ਨਹੀਂ, ਉੱਥੋਂ ਸਾਡੇ ਨੌਜਵਾਨ ਵਿਹਲੇ ਹੋ ਗਏ। ਤੇ ਕਿਉਂ ਨਹੀਂ ਫਿਰ ਜੇ ਫੈਕਟਰੀ ਦੇ ਵਿੱਚ 4 ਸ਼ਿਫਟਾਂ ਅਰੇਂਜ ਕੀਤੀਆਂ ਜਾ ਸਕਦੀਆਂ। 4 ਸ਼ਿਫਟਾਂ ਦਾ ਮਤਲਬ ਆ ਕਿ ਜਿੱਥੇ ਪਹਿਲਾਂ ਕੋਈ 1500 ਵਰਕਰ ਕੰਮ ਕਰਦਾ ਸੀਗਾ, ਉੱਥੇ ਫਿਰ 2000 ਵਰਕਰ ਕੰਮ ਕਰੇਗਾ। ਕਿ ਇਹਦਾ ਮਤਲਬ ਇਹ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਜੇ ਕਿਸੇ ਕੋਲੇ ਖੇਤੀ 'ਚ ਰੁਜ਼ਗਾਰ ਖੁੱਸ ਗਿਆ, ਫਿਰ ਉਹਨੂੰ ਰੁਜ਼ਗਾਰ ਦਾ ਕਿੱਥੇ ਐਡਜਸਟਮੈਂਟ ਕਰਨੀ ਹੈ, ਉਹਦੇ ਲਈ ਰੁਜ਼ਗਾਰ ਕਿੱਥੇ ਪ੍ਰੋਵਾਈਡ ਕਰਾਉਣਾ, ਉਹ ਸਾਡੀ ਨੌਜਵਾਨ ਪੀੜ੍ਹੀ ਲਈ ਖਾਸ ਕਰਕੇ ਸਲੋਗਨ ਆ। ਇਹ ਸਲੋਗਨ ਉਸ ਵੇਲੇ ਹੋਰ ਵੀ ਵੱਧ ਰੈਲੇਵੈਂਟ ਆ ਜਦੋਂ ਪੰਜਾਬ ਦੇ ਵਿੱਚੋਂ ਹਰ ਰੋਜ਼ ਲਗਭਗ 300 ਨੌਜਵਾਨ ਵਿਦੇਸ਼ ਦੇ ਲਈ ਉਡਾਰੀ ਮਾਰ ਜਾਂਦੇ ਆ। ਜਦੋਂ ਪੰਜਾਬ ਦੇ ਵਿੱਚੋਂ ਹਰ
ਰੋਜ਼ ਆ ਕਰੋੜਾਂ ਰੁਪਈਆ ਜਿਹੜੇ ਕੋਈ ਮਾਂ ਬਾਪ ਆਪਦੀਆਂ ਜ਼ਮੀਨਾਂ ਗਹਿਣੇ ਕਰਕੇ ਆਪਦੀਆਂ ਲਿਮਟਾਂ ਬਣਾ ਕੇ ਬੈਂਕਾਂ ਦੇ ਉੱਤੋਂ ਜਾਂ ਕਹਿ ਦਈਏ ਆਪਦੀਆਂ ਜਾਇਦਾਦਾਂ ਵੇਚ ਕੇ ਆ ਜਿਹੜੇ ਆਪਦੇ ਧੀਆਂ ਪੁੱਤਾਂ ਨੂੰ ਵਿਦੇਸ਼ ਦੇ ਵਿੱਚ ਸੈਟਲ ਕਰਨਾ ਚਾਹੁੰਦੇ ਆ ਕਿਉਂਕਿ ਇੱਥੇ ਜੌਬ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈ। ਤੇ ਭਗਤ ਸਿੰਘ ਦਾ ਜਿਹੜਾ ਇਹ ਨੁਕਤਾ ਹੈ ਹਾਂਜੀ, ਮੈਂ ਇੱਥੇ ਥੋੜਾ ਜਿਹਾ ਮੈਨੂੰ ਖਿਆਲ ਆ ਰਿਹਾ ਸੀ ਵੀ ਇਹ ਚੀਜ਼ ਜ਼ਰੂਰ ਤੁਹਾਡੇ ਕੋਲੋਂ ਪੁੱਛਾਂ ਕਿਉਂਕਿ ਰੋਜ਼ਗਾਰ ਦੀ ਤੁਸੀਂ ਗੱਲ ਕੀਤੀ ਹੈ, ਇੱਕ ਮੁਹਿੰਮ ਨੌਜਵਾਨਾਂ ਵੱਲੋਂ ਹੀ ਸ਼ੁਰੂ ਕੀਤੀ ਗਈ ਹੈ, ਤੁਸੀਂ ਵੀ ਉਹਦਾ ਹਿੱਸਾ ਹੋ। ਬਨੇਗਾ ਦਾ ਕੀ ਬਣਿਆ? ਅਸੀਂ ਮੈਂ ਉੱਥੇ ਹੀ ਆ ਰਿਹਾ ਸੀਗਾ ਕਿ ਇਸ ਟਾਈਮ ਜਿਹੜਾ ਭਗਤ ਸਿੰਘ ਦੇ ਉਹ ਨੁਕਤਿਆਂ ਦੇ ਵਿੱਚੋਂ ਆ ਉਹਨਾਂ ਨੇ ਜਿਹੜੀ ਖਾਸ ਕਰਕੇ ਹਦਾਇਤ ਕੀਤੀ ਹੈ, ਉਹਨਾਂ ਨੇ ਕਿਹਾ ਵੀ ਇੱਥੇ ਬੜੇ ਕੋਈ ਉਦਾਂ ਦੇ ਧਾਰਮਿਕ ਇਸ਼ੂ ਸਾਡੇ ਦੇਸ਼ ਦੇ ਵਿੱਚ ਹੋ ਜਾਂਦੇ ਕਿਉਂਕਿ ਉਹਨਾਂ ਵੇਲੇ ਭਗਤ ਸਿੰਘ ਦੇ ਟਾਈਮ ਦੇ ਵਿੱਚ ਵੀ ਹਿੰਦੂ ਮੁਸਲਿਮ ਦਾ ਵੱਡੇ ਪੱਧਰ ਤੇ ਅਸੀਂ ਜਦੋਂ ਦੇਖਦੇ ਹਾਂ ਕਿ ਜਲਿਆਂਵਾਲੇ ਬਾਗ ਦੇ ਟਾਈਮ ਵੀ ਉੱਥੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਉਂਕਿ ਗਦਰ ਪਾਰਟੀ ਨੇ ਸਾਰੇ ਲੋਕਾਂ ਨੂੰ ਸਭ ਧਰਮਾਂ ਦੇ ਲੋਕਾਂ ਨੂੰ ਅੰਗਰੇਜ਼ ਸਰਕਾਰ ਦੇ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀਗਾ ਤੇ ਅੰਗਰੇਜ਼ਾਂ ਨੂੰ ਲੱਗਾ ਕਿ ਡਿਵਾਈਡ ਐਂਡ ਰੂਲ ਕਿ ਇੱਥੋਂ ਦੇ ਲੋਕਾਂ ਨੂੰ ਅਸੀਂ ਵੰਡ ਦਈਏ ਤਾਂ ਕਿ ਅਸੀਂ ਆਪਦੀ ਸੱਤਾ ਸਥਾਪਿਤ ਕਰ ਰੱਖੀਏ। ਭਗਤ ਸਿੰਘ ਨੇ ਵੀ ਇਹ ਗੱਲਾਂ ਨੋਟ ਕੀਤੀਆਂ ਕਿ ਇੱਥੇ ਲੋਕਾਂ ਨੂੰ ਵੰਡਿਆ ਜਾ ਰਿਹਾ ਤੇ ਉਹਨਾਂ ਨੇ ਆਪਦੀਆਂ ਲਿਖਤਾਂ ਦੇ ਵਿੱਚ ਆ ਜਿਹੜੇ 8 ਨੁਕਤੇ ਆ ਉਦੋਂ ਪਹਿਲਾਂ ਹਦਾਇਤ ਕੀਤੀ ਕਿ ਸਾਨੂੰ ਜਿਹੜੇ ਕੋਈ ਉਦਾਂ ਦੇ ਇਸ਼ੂ ਆ ਉਹਨਾਂ 'ਚ ਉਲਝਣ ਦੀ ਲੋੜ ਨਹੀਂ, ਸਾਨੂੰ ਹੋਰ ਕਿਸੇ ਪਾਸੇ ਧਿਆਨ ਦੀ ਲੋੜ ਨਹੀਂ, ਸਾਨੂੰ ਜਿਹੜੇ ਆ ਨੁਕਤੇ ਆ ਕਿ ਅਸੀਂ ਕਰਨਾ ਕੀ ਆ ਦੇਸ਼ ਦੇ ਵਿੱਚ ਇਹਦੇ ਤੇ ਫੋਕਸ ਕਰਨਾ ਚਾਹੀਦਾ ਹੈ। ਤੇ ਇਹ ਨੁਕਤੇ ਲਿਖਣ ਤੋਂ ਬਾਅਦ ਅਗਲੀ ਲਾਈਨ ਉਹ ਲਿਖਦੇ ਆ ਕਿ ਜਨਤਾ ਅਜਿਹੇ ਪ੍ਰੋਗਰਾਮ ਨੂੰ ਜ਼ਰੂਰ ਹੰਗਾਰਾ ਦੇਵੇਗੀ। ਇਹਦਾ ਮਤਲਬ ਆ ਕਿ ਜੋ 8 ਨੁਕਤੇ ਆ ਜੇ ਅਸੀਂ ਵੈਲਕਮ ਕਰਾਂਗੇ ਕਿ ਜੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਂਦੀ ਹੈ ਸਰਕਾਰ ਜਾਂ ਕੋਈ ਸੀਐਮ ਤੇ 8 ਨੁਕਤੇ ਵੀ ਉਹ ਅਡਾਪਟ ਕਰਕੇ ਲੋਕਾਂ ਨੂੰ ਦੱਸੇ ਕਿ ਹਾਂ ਬਿਲਕੁਲ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਜਾਂ ਜਿਹੜਾ ਉਹਦਾ ਸੁਪਨਾ ਸੀ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਆਪਦੇ ਵੱਲੋਂ ਨਹੀਂ, ਜਿਸ ਤਰ੍ਹਾਂ ਦਾ ਉਹ ਭਗਤ ਸਿੰਘ ਨੇ ਸਾਨੂੰ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ ਕਿ ਸਰਕਾਰ ਕੀ ਕਰੇ, ਸਰਕਾਰ ਦੀ ਜਿਹੜੀ ਪਾਲਿਸੀ ਕੀ ਹੋਵੇ, ਉਹ ਆਲਰੇਡੀ ਭਗਤ ਸਿੰਘ ਨੇ ਜਿਹੜੀ ਬਣਾ ਕੇ ਦਿੱਤੀ ਆ ਅਸੀਂ ਉਹਨੂੰ ਇੰਪਲੀਮੈਂਟ ਕਰ ਰਹੇ ਹਾਂ। ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ, ਅਸੀਂ ਭਗਤ ਸਿੰਘ ਦਾ ਨਾਂ ਲਿਆ ਸੀਗਾ, ਅਸੀਂ ਇਨਕਲਾਬ ਜਿੰਦਾਬਾਦ ਦਾ ਨਾਰਾ ਲਿਆ ਸੀ ਤੇ ਆ ਦੇਖੋ ਜਿਹੜੇ ਭਗਤ ਸਿੰਘ ਨੇ ਇੱਕ ਪ੍ਰੋਗਰਾਮ ਬਣਾ ਕੇ ਦਿੱਤਾ ਸੀ ਅਸੀਂ ਉਹ ਇੰਪਲੀਮੈਂਟ ਕੀਤਾ, ਨਾ ਕਿਸੇ ਅਦਰ ਪਾਰਟੀ ਨੇ ਉਹ ਨਹੀਂ ਕੀਤਾ। ਤੇ ਇਸ ਕਰਕੇ ਉਹਨਾਂ ਲਈ ਇਹ ਸਾਬਤ ਕਰਨ ਦਾ ਮੌਕਾ ਵੀ ਹੈ। ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੇ 8ਵਾਂ ਨੁਕਤਾ ਹੈ ਕਿ ਇਸ ਤਰ੍ਹਾਂ ਉਹ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇ ਵਿੱਚ ਲੈ ਕੇ ਆਉਣਾ, ਪੰਜਾਬ ਦੀ ਨੌਜਵਾਨ ਪੀੜ੍ਹੀ ਵੱਡੇ ਪੱਧਰ ਤੇ ਸਮਤਾ ਭੁਗਤ ਰਹੀ ਹੈ। ਇੱਥੇ ਸਾਨੂੰ ਇੱਕ ਨੋਟ ਕਰਨੀ ਚਾਹੀਦੀ ਹੈ ਗੱਲ ਕਿ ਪੰਜਾਬ ਦੇ ਲੋਕ ਅਸੀਂ ਇਸ ਗੱਲੋਂ ਮਾਣ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ। ਵੀ ਅਸੀਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਪੰਜਾਬ ਦੀ ਪਵਿੱਤਰ ਧਰਤੀ ਨਾਲ ਦੀ ਕੋਈ ਹੋਰ ਧਰਤੀ ਨਹੀਂ ਹੈ, ਪਰ ਉਹਦੇ ਬਾਵਜੂਦ ਜਿਹੜੀ ਧਰਤੀ ਅਸੀਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਯੋਧਿਆਂ ਦੀ, ਇਹ ਫਕੀਰਾਂ ਦੀ ਧਰਤੀ ਆ, ਉਹ ਧਰਤੀ ਨੂੰ ਛੱਡਣ ਦੇ ਲਈ ਲੋਕ ਤਰਲੋ ਮੱਛੀ ਹੋ ਰਹੀ ਆ। ਸਰਕਾਰਾਂ ਨੇ ਸਾਡੇ ਇਸ ਤਰ੍ਹਾਂ ਦਾ ਮਾਹੌਲ ਬਣਾਤਾ। ਸੋ ਇਸੇ ਚੋਂ ਸੀਗਾ ਕਿ ਅਸੀਂ 2014 ਤੋਂ ਲੈ ਕੇ ਇੱਥੇ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਹੋਵੇ। ਪੰਜਾਬ ਦੇ ਵਿੱਚ ਬਹੁਤ ਸਾਰੀ ਅਮੀਰੀ ਹੈ, ਇੱਥੇ ਕਿਸੇ ਗੱਲ ਦੀ ਘਾਟ ਨਹੀਂ, ਇੱਥੇ ਕੁਦਰਤੀ ਸਰੋਤਾਂ ਦੀ ਏਡੀ ਵੱਡੀ ਪੱਧਰ ਤੇ ਬਖਸ਼ਿਸ਼ ਆ ਪੰਜਾਬ ਦੀ ਧਰਤੀ ਨੂੰ ਕਿ ਬਹੁਤ ਅਮੀਰ ਆ ਪੰਜਾਬ 'ਚ, ਜੇ ਇਹਦੇ ਜਿਹੜੇ ਸੋਰਸ ਆ ਉਹਨੂੰ ਉਹ ਠੀਕ ਢੰਗ ਨਾਲ ਇਸਤੇਮਾਲ ਕਰਨਾ ਹੋਵੇ। ਅਸੀਂ ਸ਼ੁਰੂ ਤੋਂ ਲੈ ਕੇ 1997 'ਚ ਜਦੋਂ ਕੰਪੇਨ ਕੀਤੀ ਸੀ, ਭਗਤ ਸਿੰਘ ਦਾ ਦਿਨ ਮਨਾਉਣਾ ਸ਼ੁਰੂ ਕੀਤਾ ਸੀ, ਕਿ ਉਦੋਂ ਸਾਡਾ ਇਹ ਸਲੋਗਨ ਸੀਗਾ ਕਿ ਹਰ ਇੱਕ ਨੂੰ ਰੁਜ਼ਗਾਰ ਚਾਹੀਦਾ। ਤੇ ਜਦੋਂ ਇਹ ਰੁਜ਼ਗਾਰ ਦੀ ਅਸੀਂ ਗੱਲ ਕਰਦੇ ਸੀਗੇ ਤੇ ਅਸੀਂ ਨੋਟ ਕੀਤਾ ਕਿ ਉਦੋਂ ਬੜੇ ਲੋਕ ਸੀਗੇ ਜਿਹੜੇ ਇਸ ਗੱਲ ਨੂੰ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਇਸ਼ੂ ਨਹੀਂਗਾ। ਅੱਜ ਤੋਂ ਜੇ 25 ਸਾਲ ਪਹਿਲਾਂ ਦੀ ਗੱਲ ਕਰਨੀ ਹੋਵੇ ਤੇ ਲੋਕ ਜਦੋਂ ਜਾ ਕੇ ਪਿੰਡਾਂ 'ਚ ਭਗਤ ਸਿੰਘ ਬਾਰੇ ਬੋਲਦੇ ਸੀਗੇ ਤੇ ਨਾਲ ਦੀ ਨਾਲ ਇਹ ਕਹਿੰਦੇ ਸੀ ਅਸੀਂ ਜਵਾਨੀ ਲਈ ਰੁਜ਼ਗਾਰ ਮੰਗਦੇ ਹਾਂ। ਉਸ ਟਾਈਮ ਬੜੇ ਲੋਕ ਕਹਿ ਦਿੰਦੇ ਸੀ ਕਿ ਰੁਜ਼ਗਾਰ ਸਾਡਾ ਏਜੰਡਾ ਨਹੀਂਗਾ, ਪੰਜਾਬ ਦਾ ਇਸ਼ੂ ਨਹੀਂਗਾ ਕੋਈ ਹੈ। ਤੇ 2011 ਤੱਕ ਆਉਂਦਿਆਂ ਅਸੀਂ ਦੇਖਦੇ ਹਾਂ, ਨੋਟ ਮੈਂ ਇਹ ਕਰਾਉਣਾ ਚਾਹੁੰਦਾ ਕਿ ਦੇਸ਼ ਦੇ ਵਿੱਚ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ। ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਚੱਲੀ ਤੇ ਉਹਨਾਂ ਦਾ ਵੀ ਸਭ ਤੋਂ ਵੱਡਾ ਇਸ਼ੂ ਆ ਜਿਹੜਾ ਉਹ ਇਹ ਸੀਗਾ ਕਿ ਦੇਸ਼ ਦੇ ਵਿੱਚ ਜਿਹੜੀ ਕਰਪਸ਼ਨ ਆ ਇਹ ਆ ਮਤਲਬ ਬੇਸਿਕ ਜਿਹੜਾ ਇਸ਼ੂ ਆ। ਹੋਰ ਬਾਕੀ ਚੀਜ਼ਾਂ ਚਾਹੇ ਕੋਈ ਬੇਰੁਜ਼ਗਾਰੀ ਚਾਹੇ ਕੋਈ ਐਜੂਕੇਸ਼ਨ ਆ ਉਹ ਬਾਅਦ ਦੀਆਂ ਗੱਲਾਂ। ਤੇ ਉਹ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਹੀ ਜਿਹੜੀ ਕੋਈ ਆਮ ਆਦਮੀ ਪਾਰਟੀ ਨਿਕਲੀ, ਇਹਦਾ ਮਤਲਬ ਆ ਉਹਨਾਂ ਦਾ ਸਲੋਗਨ ਇਹ ਸੀਗਾ ਕਿ ਦੇਸ਼ ਦੇ ਲਈ ਜੇ ਕੋਈ ਸਭ ਤੋਂ ਵੱਡੀ ਸਮੱਸਿਆ ਤੇ ਉਹ ਕਰਪਸ਼ਨ ਆ। ਤੇ ਅਸੀਂ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਹੈ ਕਿ ਜੇ ਅਸੀਂ ਭਗਤ ਸਿੰਘ ਦਾ ਜਦੋਂ ਦਿਨ ਮਨਾਉਣਾ ਸ਼ੁਰੂ ਕੀਤਾ ਉਦੋਂ ਰੁਜ਼ਗਾਰ ਨੂੰ ਬੇਸਿਕ ਇਸ਼ੂ ਕਿਹਾ, ਤੇ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਏ ਆ ਜਿਹੜੀ ਰਾਜਨੀਤਿਕ ਪਾਰਟੀ ਇਹ ਕਹਿ ਕੇ ਆਈ ਸੀ ਕਿ ਜਿਹੜੀ ਕਰਪਸ਼ਨ ਸਭ ਤੋਂ ਵੱਡਾ ਮੁੱਦਾ, ਉਹਨੇ ਪਿਛਲੀਆਂ ਵਿਧਾਨ ਸਭਾ ਦੇ ਵਿੱਚ ਚੋਣਾਂ ਦੇ ਵਿੱਚ ਕਿਹਾ ਕਿ
ਅਸੀਂ 25 ਲੱਖ ਪੰਜਾਬੀਆਂ ਨੂੰ ਰੁਜ਼ਗਾਰ ਦੇਵਾਂਗੇ। ਇਹਦਾ ਮਤਲਬ ਜਿਹੜੇ ਨਾਂ ਤੇ ਪਾਰਟੀ ਬਣੀ ਕਿ ਕਰਪਸ਼ਨ ਦੇ ਨਾਂ ਤੇ ਸਾਨੂੰ ਉਹ ਇਹ ਮੁਹਿੰਮ ਬਣ ਗਈ ਸੀ, ਉਹਨਾਂ ਨੇ ਛੱਡਤਾ। ਉਹਨਾਂ ਨੂੰ ਲੱਗਾ ਕਿ ਨਹੀਂ, ਆਹ ਜਿਹੜਾ ਰੁਜ਼ਗਾਰ ਇਸ਼ੂ ਆ। ਪਿਛਲੇ ਜਿਹੜੀ ਇਲੈਕਸ਼ਨ ਹੋਈ ਉਹਦੇ ਵਿੱਚ ਕੈਪਟਨ ਨੂੰ ਵੀ ਲੱਗਾ, ਘਰ ਘਰ ਰੁਜ਼ਗਾਰ ਦਾ ਉਹਨਾਂ ਨੇ ਜਿਹੜਾ ਸਲੋਗਨ ਦਿੱਤਾ, ਹੋਰ ਵੀ ਰਾਜਨੀਤਿਕ ਪਾਰਟੀਆਂ ਨੇ ਦਿੱਤਾ। ਇਵੇਂ ਦੇਸ਼ ਦੇ ਵਿੱਚ ਜਿਹੜਾ ਮੋਦੀ ਸਰਕਾਰ ਬਣੀ, ਭਾਜਪਾ ਸਰਕਾਰ ਬਣੀ ਹੈ, ਉਹ ਵੀ ਕਿਸੇ ਟਾਈਮ ਉਹਨਾਂ ਦੇ ਲਈ ਵੀ ਰੁਜ਼ਗਾਰ ਇਸ਼ੂ ਨਹੀਂ ਸੀ। ਪਰ ਜਦੋਂ ਉਹਨਾਂ ਨੇ ਵੀ ਸੱਤਾ ਦੇ ਵਿੱਚ ਆਉਣਾ ਸੀ, ਉਹਨਾਂ ਨੇ ਕਿਹਾ ਕਿ ਮੈਂ ਹਰ ਸਾਲ 2 ਕਰੋੜ ਰੁਜ਼ਗਾਰ ਦੇਵਾਂਗਾ। ਸੋ ਇਸ ਕਰਕੇ ਜਿਹੜੀਆਂ ਰਾਜਨੀਤਿਕ ਧਿਰਾਂ ਦਾ ਪਹਿਲੀ ਗੱਲ ਤਾਂ ਇਹ ਰੁਜ਼ਗਾਰ ਏਜੰਡਾ ਹੀ ਨਹੀਂ ਸੀਗਾ। ਅਸੀਂ ਇਸ ਗੱਲ ਦੇ ਲਈ ਕਾਮਯਾਬ ਹੋਏ ਹਾਂ। ਅਸੀਂ ਮਾਣ ਕਰਦੇ ਹਾਂ ਕਿ ਰੁਜ਼ਗਾਰ ਨੂੰ ਏਜੰਡੇ ਤੇ ਲੈ ਕੇ ਆਂਦਾ। ਤੇ ਅੱਜ ਜਦੋਂ ਰੁਜ਼ਗਾਰ ਦੀ ਹਾਲਤ ਇੰਨੀ ਭਿਆਨਕ ਹੋ ਗਈ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਸ਼ਹਿਰ ਨਹੀਂਗਾ ਜਿੱਥੇ ਜਿਨ੍ਹਾਂ ਨੇ ਕੋਈ ਡਿਗਰੀਆਂ ਡਿਪਲੋਮੇ ਕੀਤੇ ਆ। ਨੌਜਵਾਨ ਪੀੜ੍ਹੀ ਨੇ ਲੱਖਾਂ ਰੁਪਈਏ ਮਾਂ-ਬਾਪ ਨੇ ਖਰਚ ਕਰਕੇ ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਉਹਨਾਂ ਨੂੰ ਡਿਗਰੀਆਂ ਲੈ ਕੇ ਜਾਂਦੇ ਆ ਤੇ ਸ਼ਾਮ ਨੂੰ ਉਹ ਸ਼ਾਇਦ ਜਿਹੜੇ ਕੋਈ ਆਪਣੇ ਕੱਪੜਿਆਂ ਤੇ ਜਿਹੜਾ ਲਹੂ ਡੋਲ ਕੇ ਲੈ ਕੇ ਆਉਂਦੇ ਆ, ਉਹਨਾਂ ਨੂੰ ਉਹਦਾ ਇਸ ਤਰ੍ਹਾਂ ਦਾ ਸਲੂਕ ਹੁੰਦਾ। ਉਹਨਾਂ ਦੀਆਂ ਡਿਗਰੀਆਂ ਦਾ ਮੁੱਲ ਇਸ ਤਰ੍ਹਾਂ ਦਾ ਪੈਂਦਾ। ਸੋ ਅਸੀਂ 2014 ਦੇ ਵਿੱਚ ਰੁਜ਼ਗਾਰ ਦੇ ਇਸ਼ੂ ਤੇ ਅਸੀਂ ਕਿਹਾ ਕਿ ਜਦੋਂ ਭਗਤ ਸਿੰਘ ਦੀ ਗੱਲ ਕਰਦੇ ਆ, ਫਿਰ ਕਿਉਂ ਨਹੀਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਭਗਤ ਸਿੰਘ ਦੇ ਨਾਂ ਤੇ ਕਾਨੂੰਨ ਚਾਹੀਦਾ। ਜਿਵੇਂ ਸਾਡੇ ਦੇਸ਼ 'ਚ ਪਹਿਲਾਂ ਕਾਨੂੰਨ ਬਣਿਆ ਹੋਇਆ, ਉਹ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਲਈ ਆ, ਪੂਰੇ ਦੇਸ਼ 'ਚ ਕਾਨੂੰਨ ਆ, ਨਰੇਗਾ ਕਹਿ ਦਿੰਦੇ ਆ, ਨੈਸ਼ਨਲ ਰੂਰਲ ਐਮਪਲਾਇਮੈਂਟ ਗਰੰਟੀ ਐਕਟ। ਭਾਰਤ ਦੇ ਪਿੰਡਾਂ ਦੇ ਰਹਿਣ ਵਾਲੇ ਜਿਹੜੇ ਕੋਈ ਅਨਪੜ੍ਹ ਅਨਸਕਿਲਡ ਲੋਕ ਆ, ਉਹਨਾਂ ਲਈ ਰੁਜ਼ਗਾਰ ਦੀ ਗਰੰਟੀ। ਕੀ ਸਾਡੇ ਭਾਰਤ ਦੇ ਵਿੱਚ ਇਕੱਲੇ ਪਿੰਡਾਂ 'ਚ ਰਹਿੰਦੇ ਲੋਕ, ਸ਼ਹਿਰਾਂ ਦੇ ਵਿੱਚ ਵੀ ਲੋਕ ਰਹਿੰਦੇ ਆ, ਜਾਂ ਕਿ ਇਕੱਲੇ ਸਾਡੇ ਇੱਥੇ ਕੋਈ ਅਨਸਕਿਲਡ ਲੋਕ ਆ, ਅਨਪੜ੍ਹ ਲੋਕ ਆ? ਨਹੀਂ, ਸਾਡੇ ਇੱਥੇ ਵੈਲ ਕੁਆਲੀਫਾਈਡ ਵੀ ਲੋਕ ਆ। ਸੋ ਇਸ ਕਰਕੇ ਦੇਸ਼ ਨੂੰ ਲੋੜ ਆ ਕਿ ਸਾਡੇ ਪੰਜਾਬ ਦੇ ਵਿੱਚ ਜੇ ਇਸ ਟਾਈਮ ਗੱਲ ਕਰਨੀ ਹੋਵੇ ਕਿ ਲਗਭਗ 1 ਕਰੋੜ ਜਿਹੜੇ ਆ ਜਿਨ੍ਹਾਂ ਕੋਲੇ ਕੋਈ ਪਰਮਾਨੈਂਟ ਰੁਜ਼ਗਾਰ ਨਹੀਂ, ਉਹਦੇ ਵਿੱਚੋਂ ਵੱਡਾ ਹਿੱਸਾ ਜਿਹੜੀ ਨੌਜਵਾਨ ਪੀੜ੍ਹੀ ਹੈ। ਇਸੇ ਤਰ੍ਹਾਂ ਦੇਸ਼ ਦੇ ਵਿੱਚ ਲਗਭਗ 30 ਕਰੋੜ ਲੋਕ ਆ ਜਿਹੜੇ ਬੇਰੁਜ਼ਗਾਰ ਆ। ਹੁਣ ਮੈਂ ਉਹ ਭਗਤ ਸਿੰਘ ਦੇ ਕਾਨੂੰਨ ਤੇ ਆਵਾਂਗਾ, ਪਰ ਇਹਦਾ ਨੁਕਸਾਨ ਕੀ ਹੁੰਦਾ? ਕਈ ਵਾਰ ਇਹ ਲੱਗਦਾ ਹੁੰਦਾ ਵੀ ਠੀਕ ਹੈ, 1 ਕਰੋੜ ਪੰਜਾਬ ਦੇ ਵਿੱਚ ਬੇਰੁਜ਼ਗਾਰ ਆ, ਚਲੋ ਹੋਣਗੇ, ਆਪਣਾ ਕਿਤੇ ਕੰਮ ਧੰਦਾ ਕਰ ਲੈਣਗੇ। ਦੇਸ਼ ਦੇ ਵਿੱਚ 30 ਕਰੋੜ ਬੇਰੁਜ਼ਗਾਰ ਆ, ਚਲੋ ਇਹਦੇ ਨਾਲ ਆਪਾਂ ਕੀ ਲੈਣਾ ਦੇਣਾ? ਦੇਖੋ ਕਿ ਜੇ ਇਹਦਾ ਕੋਈ ਸੋਲਵ ਨਹੀਂ ਕੀਤਾ ਜਾਂਦਾ, ਜਿਹੜੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ, ਦੇਸ਼ ਦੇ ਵਿੱਚ ਬੇਰੁਜ਼ਗਾਰੀ ਆ, ਫੇਰ ਆ ਕਿਤੇ ਕੋਈ ਗਊ ਰੱਖਿਆ ਦੇ ਨਾਂ ਤੇ ਕੋਈ ਦਸਤੇ ਤਿਆਰ ਹੋ ਜਾਂਦੇ ਆ, ਕਿਤੇ ਐਂਟੀ ਰੋਮੀਓ ਦਸਤੇ ਤਿਆਰ ਹੋ ਜਾਂਦੇ ਆ, ਕਿਤੇ ਫਸਾਦ ਹੋ ਜਾਂਦੇ ਆ। ਤੇ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਪੰਜਾਬ ਦੇ ਵਿੱਚ ਜਾਂ ਦੇਸ਼ 'ਚ ਕਿਤੇ ਮਾਹੌਲ ਖਰਾਬ ਹੁੰਦਾ ਤੇ ਕਿਹੜੇ ਲੋਕ ਆ, ਉਹ ਕਿਹੜਾ ਉਮਰ ਵਰਗ ਆ ਜਿਹੜਾ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ? ਉਹ ਨੌਜਵਾਨ ਪੀੜ੍ਹੀ ਆ। ਸੋ ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਪਹਿਲਾਂ ਬੇਰੁਜ਼ਗਾਰ ਰੱਖ ਲਿਆ, ਫਿਰ ਉਹਨਾਂ ਦੀ ਬੇਰੁਜ਼ਗਾਰੀ ਨੂੰ ਉਹਨੂੰ ਮਿਸਯੂਜ਼ ਕਰਕੇ ਕਿ ਤੁਸੀਂ ਐਂਟੀ ਰੋਮੀਓ ਬਣ ਜਾਓ, ਤੁਸੀਂ ਕੋਈ ਏਦਾਂ ਦੀਆਂ ਲੁੱਟਾਂ ਖੋਹਾਂ ਕਰ ਲਓ, ਤੁਸੀਂ ਚੋਰੀਆਂ ਕਰਨ ਲੱਗ ਪਓ, ਤੁਸੀਂ ਟਰਾਂਸਫਾਰਮਰਾਂ ਤੋਂ ਮੋਟਰਾਂ ਚੋਰੀ ਕਰਨ ਲੱਗ ਪਓ, ਤੁਸੀਂ ਬੈਂਕਾਂ 'ਚ ਡਕੈਤੀਆਂ ਕਰਨ ਲੱਗ ਪਓ। ਸੋ ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਪਹਿਲਾਂ ਬੇਰੁਜ਼ਗਾਰ ਕਰ ਲਿਆ, ਫਿਰ ਉਹਨਾਂ ਨੂੰ ਗੈਂਗਸਟਰ ਬਣਾਉਣ ਵਾਲੇ ਪਾਸੇ, ਚੋਰ ਬਣਾਉਣ ਵਾਲੇ ਪਾਸੇ। ਸੋ ਅਸੀਂ ਚਾਹੁੰਦੇ ਹਾਂ, ਸਾਨੂੰ ਇਹ ਉਮੀਦਾਂ ਹੈ ਕਿ ਪੰਜਾਬ ਦੇ ਨੌਜਵਾਨ ਵੀ ਹੈ, ਉਹਨਾਂ ਕੋਲੇ ਬਹੁਤ ਅਮੀਰ ਵਿਰਾਸਤ ਆ। ਭਗਤ ਸਿੰਘ ਦੀ ਇੱਥੇ ਗੁਰੂ ਸਾਹਿਬਾਨਾਂ ਦੀ ਅਮੀਰ ਵਿਰਾਸਤ ਆ। ਪੰਜਾਬ ਦੇ ਜੇ ਪੰਜਾਬ ਨੇ ਬੁਲੰਦੀਆਂ ਤੇ ਜਾਣਾ ਤੇ ਨੌਜਵਾਨ ਪੀੜ੍ਹੀ ਦਾ ਜਿਹੜਾ ਟੈਲੈਂਟ ਆ, ਪੰਜਾਬ ਨੂੰ ਉਹਦੀ ਲੋੜ ਆ। ਪੰਜਾਬ ਦਾ ਬ੍ਰੇਨ ਡਰੇਨ ਹੋਵੇ, ਇਹਦੇ ਨਾਲ ਪੰਜਾਬ ਨੂੰ ਵੱਡੇ ਪੱਧਰ ਤੇ ਲਾਸ ਹੋ ਰਿਹਾ, ਨੁਕਸਾਨ ਹੋ ਰਿਹਾ। ਪੰਜਾਬ ਦਾ ਭਵਿੱਖ ਤਬਾਹ ਹੋਏਗਾ ਜੇ ਬ੍ਰੇਨ ਡਰੇਨ ਹੋਏਗਾ। ਪੰਜਾਬ ਦੀਆਂ ਜਿਹੜੀਆਂ ਕੋਈ ਖੂਬੀਆਂ ਨੌਜਵਾਨਾਂ ਦੀਆਂ, ਪੰਜਾਬ ਦੇ ਨੌਜਵਾਨਾਂ ਦਾ ਹੁਨਰ ਆ, ਸਾਡੇ ਦੇਸ਼ ਦੇ ਨੌਜਵਾਨਾਂ ਦਾ ਹੁਨਰ ਆ, ਉਹ ਦੇਸ਼ ਦੀ ਤਰੱਕੀ ਲਈ, ਪੰਜਾਬ ਦੀ ਤਰੱਕੀ ਲਈ ਚਾਹੀਦਾ। ਇਸ ਕਰਕੇ ਅਸੀਂ ਇਹ ਕੰਪੇਨ ਕਰ ਰਹੇ ਹਾਂ ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ, ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਚਾਹੀਦਾ ਭਗਤ ਸਿੰਘ ਦੇ ਨਾਂ ਤੇ। ਜਿਵੇਂ ਨਰੇਗਾ ਬਣਿਆ ਉਵੇਂ ਬਨੇਗਾ। ਬਨੇਗਾ ਮੀਨ ਭਗਤ ਸਿੰਘ ਨੈਸ਼ਨਲ ਐਮਪਲਾਇਮੈਂਟ ਗਰੰਟੀ ਐਕਟ, ਜਿਹਦੇ 'ਚ ਗਰੰਟੀ ਇਸ ਗੱਲ ਦੀ ਹੋਵੇ ਕਿ ਹਰ ਨੌਜਵਾਨ, ਚਾਹੇ ਕੋਈ ਅਨਸਕਿਲਡ ਆ, ਚਾਹੇ ਕੋਈ ਸੈਮੀ ਸਕਿਲਡ ਆ, ਚਾਹੇ ਕੋਈ ਸਕਿਲਡ ਆ ਤੇ ਚਾਹੇ ਕੋਈ ਹਾਈਲੀ ਸਕਿਲਡ ਆ, ਉਹਦੇ ਲਈ ਰੁਜ਼ਗਾਰ ਦੀ ਗਰੰਟੀ ਹੋਵੇ। ਇਹ ਕਾਨੂੰਨ ਗਰੰਟੀ ਕਰੇ ਕਿ ਜਦੋਂ ਕੋਈ ਅਪਲਾਈ ਕਰਦਾ ਆਪਦੇ ਡਿਗਰੀ ਡਿਪਲੋਮਾ ਲੈ ਕੇ, ਉਹਨੂੰ ਰੁਜ਼ਗਾਰ ਦੀ ਗਰੰਟੀ ਦਿੱਤੀ ਜਾਵੇ। ਇਸ ਟਾਈਮ ਅਸੀਂ ਡਿਮਾਂਡ ਕਰਦੇ ਹਾਂ ਕਿ ਜਿਹੜਾ ਕੋਈ ਅਨਸਕਿਲਡ ਆ, ਉਹਦੇ ਲਈ 25,000 ਰੁਪਇਆ ਪਰ ਮੰਥ ਸੈਲਰੀ ਇੱਕ ਕਾਨੂੰਨ ਪਾਰਲੀਮੈਂਟ 'ਚ ਬਣੇ, ਗਰੰਟੀ ਕਰੇ। ਇਸੇ ਤਰ੍ਹਾਂ ਜਿਹੜਾ ਕੋਈ ਸੈਮੀ ਸਕਿਲਡ ਆ, ਜਿਹੜਾ ਕੋਈ ਅਰਧ ਸਿੱਖਿਅਤ, ਉਹਦੇ ਲਈ 30,000 ਰੁਪਇਆ ਪਰ ਮੰਥ। ਜਿਹੜਾ ਕੋਈ ਸਕਿਲਡ ਆ ਉਹਦੇ ਲਈ 40,000 ਰੁਪਇਆ। ਇਸੇ ਜਿਹੜਾ ਕੋਈ ਵੈਲ ਕੁਆਲੀਫਾਈਡ ਆ, ਹਾਈਲੀ ਸਕਿਲਡ ਆ, ਉਹਦੇ ਲਈ 50,000 ਰੁਪਇਆ ਪਰ ਮੰਥ ਘੱਟੋ ਘੱਟ ਆ ਜਿਹੜੀ ਉਹ ਸੈਲਰੀ
ਹੋਣੀ ਚਾਹੀਦੀ ਹੈ, ਕਾਨੂੰਨ ਬਣਨਾ ਚਾਹੀਦਾ। ਤੇ ਜੇ ਕੋਈ ਇੱਕ ਕਾਨੂੰਨ 'ਚ ਦਰਜ ਹੋਵੇ, ਜੇ ਕੋਈ ਸਰਕਾਰ ਰੁਜ਼ਗਾਰ ਨਹੀਂ ਦੇ ਸਕਦੀ, ਫਿਰ ਜੇ ਕੋਈ ਕਿਸੇ ਨੂੰ 25,000 ਸੈਲਰੀ ਦੇਣੀ ਹੈ ਕਾਨੂੰਨ ਮੁਤਾਬਕ, 30,000 ਦੇਣੀ, 40 ਤੇ 50 ਦੇਣੀ ਹੈ, ਸਰਕਾਰ ਨੇ ਰੁਜ਼ਗਾਰ ਪ੍ਰੋਵਾਈਡ ਨਹੀਂ ਕਰਾਇਆ, ਤੇ ਕਾਨੂੰਨ ਦੇ ਵਿੱਚ ਦਰਜ ਹੋਵੇ ਫਿਰ ਵਰਕ ਵੇਟਿੰਗ ਅਲਾਊਂਸ, ਜਿਹਨੂੰ ਆਮ ਭਾਸ਼ਾ ਦੇ ਵਿੱਚ ਬੇਰੁਜ਼ਗਾਰੀ ਭੱਤਾ ਕਹਿ ਲੈਂਦੇ ਆ ਜਾਂ ਰੁਜ਼ਗਾਰ ਇੰਤਜ਼ਾਰ ਭੱਤਾ ਕਹਿ ਲੈਂਦੇ ਆ, ਫਿਰ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੋਵੇ ਕਿ ਜੇ ਰੁਜ਼ਗਾਰ ਨਹੀਂ ਦਿੱਤਾ ਉਹਨਾਂ ਨੂੰ ਵਰਕ ਵੇਟਿੰਗ ਅਲਾਊਂਸ ਆ ਇਹ ਦਿੱਤਾ ਜਾਵੇ। ਤੇ ਇਹਦੇ ਲਈ ਅਸੀਂ ਕਹਿ ਸਕਦੇ ਕਿ ਕਿੰਨੇ ਸਾਲ ਹੋ ਗਏ ਤੁਸੀਂ ਇਸ ਕਾਨੂੰਨ ਦੀ ਮੰਗ ਕਰਦਿਆਂ ਨੂੰ? ਇਸ ਵੇਲੇ ਸਟੇਟਸ ਕੀ ਹੈਗਾ? ਮੈਂ ਉਹ ਜ਼ਰੂਰ ਤੁਹਾਨੂੰ ਨੋਟ ਕਰਾਉਣਾ ਚਾਹਣਾ ਕਿ 2014 ਤੋਂ ਅਸੀਂ ਇਹ ਡਿਮਾਂਡ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ, ਜਿਵੇਂ ਆਪਾਂ ਅੱਜ ਉਸੇ ਨੂੰ ਲੈ ਕੇ ਚਰਚਾ ਕਰ ਰਹੇ, ਉਹਨਾਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕਰਕੇ ਕਰ ਰਹੇ ਹਾਂ। 2014 ਦੇ ਵਿੱਚ ਅਸੀਂ ਹਰ ਸਾਲ ਹੁਸੈਨੀ ਵਾਲੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਨ ਮਨਾਉਣੇ ਆ। 2014 ਚ ਹੁਸੈਨੀ ਵਾਲੇ ਦੀ ਇਤਿਹਾਸਕ ਧਰਤੀ ਤੋਂ ਅਸੀਂ ਅਨਾਉਂਸ ਕੀਤਾ ਕਿ ਆ ਜਿਹੜਾ ਅਸੀਂ ਅੱਜ ਹੁਸੈਨੀ ਵਾਲੇ ਦੀ ਧਰਤੀ ਤੋਂ ਸਲੋਗਨ ਦੇ ਰਹੇ ਹਾਂ ਕਿ ਭਗਤ ਸਿੰਘ ਦੇ ਨਾਂ ਤੇ ਇੱਕ ਕਾਨੂੰਨ ਬਣਨਾ ਚਾਹੀਦਾ, ਅਸੀਂ ਇਹਨੂੰ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਵਾਂਗੇ, ਪੂਰੇ ਦੇਸ਼ ਦੇ ਨੌਜਵਾਨਾਂ ਦੇ ਵਿੱਚ ਲੈ ਕੇ ਜਾਵਾਂਗੇ। 2014 ਚ ਅਨਾਉਂਸ ਕੀਤਾ ਸੀ ਤੇ 2017 ਦੇ ਵਿੱਚ ਅਸੀਂ ਇੱਕ ਕੋਸ਼ਿਸ਼ ਕੀਤੀ ਕਿ ਦੇਸ਼ ਦੇ ਵਿੱਚ ਇੱਕ ਲੌਂਗ ਮਾਰਚ ਕੀਤਾ, ਕੰਨਿਆ ਕੁਮਾਰੀ ਤੋਂ ਲੈ ਕੇ ਹੁਸੈਨੀ ਵਾਲਾ ਤੱਕ। ਆਲ ਇੰਡੀਆ ਯੂਥ ਫੈਡਰੇਸ਼ਨ ਨੇ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੇ, ਉਹ ਪੂਰੇ ਦੇਸ਼ ਦੇ ਜਿਹੜੇ ਸੂਬੇ ਉਹਨਾਂ ਦੇ ਵਿੱਚੋਂ ਹੁੰਦਾ ਹੋਇਆ ਲਗਭਗ ਉਹ 60 ਦਿਨ ਦਾ ਲੌਂਗ ਮਾਰਚ ਸੀਗਾ। ਇੱਕ ਅਸੀਂ ਬੱਸ ਸੀ ਜਿਹੜੀ ਡੈਕੋਰੇਟ ਕੀਤੀ ਸੀ, ਉੱਥੇ ਉਹਦੇ ਤੇ ਸਟੂਡੈਂਟਸ ਦੀਆਂ, ਯੂਥ ਦੀਆਂ ਹੋਰ ਵੀ ਡਿਮਾਂਡ ਸੀਗੀਆਂ, ਲੇਕਿਨ ਮੇਨਲੀ ਡਿਮਾਂਡ ਇਹ ਸੀਗੀ ਕਿ ਇੱਕ ਬਨੇਗਾ ਜਿਹੜਾ ਐਕਟ ਆ ਉਹ ਸਥਾਪਿਤ ਹੋਣਾ ਚਾਹੀਦਾ, ਜਿਹਦਾ ਕੋਈ ਕਲਮੀਨੇਸ਼ਨ ਜਿਹੜਾ ਪ੍ਰੋਗਰਾਮ ਆ, ਜਿਹੜਾ ਕੋਈ ਸਿਖਰਲਾ ਪ੍ਰੋਗਰਾਮ ਆ, ਉਹ ਅਸੀਂ ਹੁਸੈਨੀ ਵਾਲੇ ਦੀ ਧਰਤੀ ਤੇ ਕੀਤਾ ਸੀਗਾ। ਤੇ ਜਦੋਂ ਅਸੀਂ ਪੂਰੇ ਦੇਸ਼ ਦੇ ਵਿੱਚ ਹੁਣ ਵੀ ਜਿੱਥੇ ਕੋਈ ਫੰਕਸ਼ਨਿੰਗ ਆਰਗੇਨਾਈਜੇਸ਼ਨ ਵੱਲੋਂ ਕਰਦੇ ਆ, ਵੱਡੇ ਪੱਧਰ ਤੇ ਪ੍ਰੋਗਰਾਮ ਹੋ ਰਹੇ ਆ, ਇਸ ਵਾਰ ਵੀ ਜਿਹੜਾ ਕੋਈ 23 ਮਾਰਚ ਨੂੰ ਅਸੀਂ ਪੂਰੇ ਦੇਸ਼ ਦੇ ਵਿੱਚ ਸੱਦਾ ਦਿੱਤਾ ਹੋਇਆ ਕਿ 23 ਮਾਰਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਜਨਮ ਦਿਨ ਮਨਾਉਣਾ ਪੂਰੇ ਸੂਬਿਆਂ ਦੇ ਵਿੱਚ। ਉਹਦੇ 'ਚ ਅਸੀਂ ਕਿਹਾ ਕਿ ਮੇਨ ਤੌਰ ਤੇ ਜਿੱਥੇ ਵੀ ਕੋਈ ਪ੍ਰੋਗਰਾਮ ਕਰਨੇ ਆ, ਜਿੱਥੇ ਕੋਈ ਚਾਹੇ ਕੋਈ ਕਲਚਰਲ ਪ੍ਰੋਗਰਾਮ ਆ, ਚਾਹੇ ਕੋਈ ਗੈਦਰਿੰਗ ਕਰਕੇ, ਕੋਈ ਰੈਲੀ ਕਰਕੇ ਪ੍ਰੋਗਰਾਮ ਕਰਨਾ, ਚਾਹੇ ਕੋਈ ਸ਼ਰਧਾਂਜਲੀ ਭੇਂਟ ਕਰਕੇ ਕਰਨਾ, ਉੱਥੇ ਮੇਨ ਸਾਡਾ ਸਲੋਗਨ ਇਹ ਬਨੇਗਾ ਦਾ ਹੋਵੇਗਾ, ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ ਦਾ ਹੋਵੇਗਾ। ਤੇ ਮੈਂ ਇਹਦੇ ਨਾਲ ਇੱਕ ਜ਼ਰੂਰ ਤੁਹਾਨੂੰ ਇਹ ਨੋਟ ਕਰਾਉਣਾ ਚਾਹਣਾ, ਕਿਉਂਕਿ ਹੋਰ ਵੀ ਸਰੋਤੇ ਇਹ ਸੁਣਨਗੇ ਪ੍ਰੋਗਰਾਮ। ਸਾਡੇ ਪੰਜਾਬ ਦੇ ਵਿੱਚੋਂ ਇਸ ਟਾਈਮ ਜਿਹੜੀ ਆਪਾਂ ਚਰਚਾ ਵਿੱਚੋਂ ਕਰ ਰਹੇ ਸੀਗੇ ਕਿ ਭਗਤ ਸਿੰਘ ਦਾ ਨਾਂ ਲਿਆ ਜਾ ਰਿਹਾ, ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਿ ਭਗਤ ਸਿੰਘ ਦਾ ਨਾਂ ਕੋਈ ਵੀ ਲੈ ਸਕਦਾ ਤੇ ਲੈਣਾ ਵੀ ਚਾਹੀਦਾ, ਪਰ ਭਗਤ ਸਿੰਘ ਦੀ ਵਿਚਾਰਧਾਰਾ ਕੀ ਆ, ਅਸੀਂ ਚਾਹੁੰਦੇ ਆ ਕਿ ਹਰ ਉਹ ਜਿਹੜਾ ਵੀ ਕੋਈ ਨਾਂ ਲੈਂਦਾ, ਉਹ ਨਾਅਰਾ ਲਾਉਂਦਾ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਵੀ ਅਡਾਪਟ ਕਰੇ। 2017 ਤੋਂ ਅਸੀਂ ਵੱਡੇ ਪੱਧਰ ਦੇ, ਇਕੱਲਾ 23 ਮਾਰਚ ਨੂੰ ਨਹੀਂ, ਭਗਤ ਸਿੰਘ ਦੇ ਜਨਮ ਦਿਨ ਤੇ 28 ਸਤੰਬਰ ਨੂੰ, ਇਸ ਤੋਂ ਇਲਾਵਾ ਵੀ ਹੈ ਸਕੂਲਾਂ, ਕਾਲਜਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ ਪ੍ਰੋਗਰਾਮ ਕਰਦੇ ਰਹਿੰਦੇ ਆ। ਤੇ ਪੰਜਾਬ ਦੇ ਵਿੱਚੋਂ ਤਕਰੀਬਨ ਹਰ ਰਾਜਨੀਤਿਕ ਪਾਰਟੀ ਦੇ ਪਾਰਲੀਮੈਂਟ ਦੇ ਵਿੱਚ ਮੈਂਬਰ ਆ, ਉਹਨਾਂ ਦੇ ਵਿੱਚੋਂ ਜਿਹੜੇ ਅੱਜ ਜਿਨ੍ਹਾਂ ਨੇ ਸੀਐਮ ਦੀ ਸਹੁੰ ਚੁੱਕੀ ਆ 2 ਦਿਨ ਪਹਿਲਾਂ, ਉਹ ਵੀ ਆ, ਭਗਵੰਤ ਮਾਨ ਵੀ ਆ, ਉਹ ਪਾਰਲੀਮੈਂਟ ਦੇ ਮੈਂਬਰ ਰਹੇ ਆ। 2014 ਤੋਂ ਲੈ ਕੇ ਅਸੀਂ ਅਖਬਾਰਾਂ ਦੇ ਥਰੂ, ਅਸੀਂ ਚੈਨਲਾਂ ਦੇ ਥਰੂ ਇਹ ਗੱਲ ਕਰਦੇ ਆ ਰਹੇ ਹਾਂ ਕਿ ਪੰਜਾਬ ਦਾ ਕੋਈ ਵੀ ਪਾਰਲੀਮੈਂਟ ਮੈਂਬਰ ਆ ਜਿਹੜਾ ਕੋਈ ਭਗਤ ਸਿੰਘ ਨੂੰ ਪਿਆਰ ਕਰਦਾ, ਪੰਜਾਬ ਨੂੰ ਪਿਆਰ ਕਰਦਾ, ਇੱਥੇ ਜਵਾਨੀ ਪ੍ਰਤੀ ਫਿਕਰਮੰਦ ਆ, ਉਹ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਾਵੇ ਕਿ ਭਗਤ ਸਿੰਘ ਦੇ ਨਾਂ ਤੇ ਕਾਨੂੰਨ ਬਣਨਾ ਚਾਹੀਦਾ। ਤੇ ਅਸੀਂ ਇਸ ਗੱਲੋਂ ਹੈਰਾਨ ਆ, ਜਾਂ ਸਾਨੂੰ ਲੋਕਾਂ ਨੂੰ ਵੀ ਪੁੱਛਣਾ ਚਾਹੀਦਾ, ਜਿਹੜਾ ਵੀ ਕੋਈ ਭਗਤ ਸਿੰਘ ਦਾ ਨਾਂ ਲਵੇ, ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਪੰਜਾਬ ਤੋਂ ਮੈਂਬਰ ਆ, ਅੱਜ ਤੱਕ ਉਹਨਾਂ ਨੇ, ਜਦੋਂ ਇਹ ਪੰਜਾਬ ਦੇ ਵਿੱਚ ਮੁੱਦਾ ਨੌਜਵਾਨ ਦੇ ਕਾਫੀ ਵੱਡੇ ਹਿੱਸੇ ਕੋਲੇ ਗਿਆ ਹੈ ਕਿ ਕਾਨੂੰਨ ਬਣਨਾ ਚਾਹੀਦਾ, ਫਿਰ ਪਾਰਲੀਮੈਂਟ ਦੇ ਜਿਹੜੇ ਮੈਂਬਰ ਆ ਉਹਨਾਂ ਨੂੰ ਇਸ ਗੱਲ ਤੋਂ ਇਤਰਾਜ਼ ਕਿਉਂ ਆ ਕਿ ਭਗਤ ਸਿੰਘ ਦੇ ਨਾਂ ਤੇ ਕਾਨੂੰਨ ਬਣੇ? ਉਹਨਾਂ ਨੇ ਆਵਾਜ਼ ਕਿਉਂ ਨਹੀਂ ਉਠਾਈ? ਮੈਨੂੰ ਘੱਟੋ ਘੱਟ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੀਦਾ ਕਿ ਭਗਤ ਸਿੰਘ ਨੂੰ ਸਿਰਫ ਆਪਦੇ ਇਲੈਕਸ਼ਨ ਦੇ ਲਈ ਇਸਤੇਮਾਲ ਕਰਨਾ, ਜਾਂ ਉਹਨਾਂ ਨੂੰ ਭਗਤ ਸਿੰਘ ਦਾ ਨਾਂ ਲੈ ਕੇ ਕੋਈ ਅਹੁਦਾ ਮਿਲ ਜੇ ਇਹਦੇ ਲਈ ਇਸਤੇਮਾਲ ਕਰਨਾ। ਜੇ ਭਗਤ ਸਿੰਘ ਦੇ ਨਾਂ ਤੇ ਪਾਰਲੀਮੈਂਟ 'ਚ ਕੋਈ ਗਰੰਟੀ ਦਾ ਕਾਨੂੰਨ ਸਥਾਪਿਤ ਹੋ ਜੇ ਤੇ ਇਸ ਗੱਲ ਤੋਂ ਕਿਸੇ ਨੂੰ ਕੀ ਅਲਰਜੀ ਹੋ ਸਕਦੀ ਹੈ, ਜਾਂ ਕਿਸੇ ਨੂੰ ਕੀ ਲਾਸ ਹੋ ਸਕਦਾ ਹੈ? ਤੇ ਜੇ ਕਿਸੇ ਨੇ ਕੋਈ ਪਾਰਲੀਮੈਂਟ ਦਾ ਮੈਂਬਰ ਰਹਿੰਦਿਆਂ ਹੁਣ ਤੱਕ ਇਹ ਕਾਨੂੰਨ ਬਣਾਉਣ ਦੀ ਉੱਥੇ ਆਵਾਜ਼ ਨਹੀਂ ਚੁੱਕੀ, ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂਦੇ ਵੀ ਰਹੇ ਆ, ਫਿਰ ਘੱਟੋ ਘੱਟ ਅਸੀਂ ਕਹਿ ਸਕਦੇ ਕਿ ਸਾਨੂੰ ਉਹਨਾਂ ਦੀ ਮਨਸ਼ਾ ਤੇ ਸ਼ੱਕ ਆ। ਫਿਰ ਘੱਟੋ ਘੱਟ ਅਸੀਂ ਇਹ ਵੀ ਕਹਿਣ ਤੋਂ ਗਰੇਜ਼ ਨਹੀਂ ਕਰਾਂਗੇ ਕਿ ਜਿਨ੍ਹਾਂ ਨੇ ਸਾਬਤ ਕੀਤਾ ਕਿ ਕਾਨੂੰਨ ਦਾ ਉੱਥੇ ਨਾਂ ਨਹੀਂ ਲਿਆ, ਫਿਰ ਘੱਟੋ ਘੱਟ ਉਹ ਇਹਨੂੰ ਫਿਰ ਉਹ ਮਿਸਯੂਜ਼ ਕਰਨਾ ਚਾਹੁੰਦੇ ਆ ਭਗਤ ਸਿੰਘ ਨੂੰ। ਅਸੀਂ ਉਮੀਦ ਕਰਾਂਗੇ ਕਿ ਜਿਹੜਾ ਕੋਈ ਪੰਜਾਬ ਦਾ ਵਾਕਈ ਕੋਈ ਇਹਦੇ ਤੇ ਕੋਈ ਗੱਲ ਕਰਨੀ ਚਾਹੁੰਦਾ ਜਾਂ ਭਗਤ ਸਿੰਘ ਨੂੰ ਆਪਦਾ ਆਈਡਲ ਮੰਨਦਾ, ਉਹ ਹੁਣ ਵੀ ਅਸੀਂ ਓਪਨਲੀ ਉਹਨਾਂ ਨੂੰ ਅਪੀਲ ਕਰਾਂਗੇ ਕਿ ਉਹ ਧੜੱਲੇ ਨਾਲ ਇਹ ਲੈ ਕੇ ਜਾਵੇ। ਸਾਡੇ ਪੰਜਾਬ ਦਾ ਸਿਰ ਉੱਚਾ ਹੋਏਗਾ,
ਸਾਡੇ ਭਗਤ ਸਿੰਘ ਦਾ ਸਿਰ ਉੱਚਾ ਹੋਏਗਾ ਕਿ ਹਮ। ਪੰਜਾਬ ਦੀ ਜਿਹੜੀ 1 ਕਰੋੜ ਜਵਾਨੀ ਹੈ, ਸਾਡੇ ਦੇਸ਼ ਦੀ ਲਗਭਗ 30 ਕਰੋੜ ਵਸੋਂ ਆ, ਜਿਹਦੇ ਚ ਵੱਡੇ ਪੱਧਰ ਤੇ ਕਰੋਨਾ ਕਾਲ ਦੇ ਵਿੱਚ ਜਿਨ੍ਹਾਂ ਤੋਂ ਰੁਜ਼ਗਾਰ ਖੁੱਸ ਗਿਆ, ਉਹਨਾਂ ਨੂੰ ਇਸ ਗੱਲ ਦੇ ਲਈ ਉਹ ਮਾਣ ਕਰਨਗੇ ਕਿ ਪਾਰਲੀਮੈਂਟ ਦੇ ਵਿੱਚ ਆ ਕਾਨੂੰਨ ਬਣ ਰਿਹਾ ਭਗਤ ਸਿੰਘ ਦੇ ਨਾਂ ਤੇ, ਜਿਹਦੇ ਕਰਕੇ ਸਾਡੀ ਜ਼ਿੰਦਗੀ ਹੈ ਟਰੈਕ ਤੇ ਆਏਗੀ। ਸੋ ਇਸ ਕਰਕੇ ਪਹਿਲਾਂ ਇਹ ਨਹੀਂ ਕੀਤਾ ਕਿਸੇ ਵੀ, ਉਹ ਜੇ ਕਿਸੇ ਨੇ ਕੀਤਾ ਹੋਵੇ ਤੇ ਅਸੀਂ ਕਹਿੰਦੇ ਆ ਕਿ ਓਪਨਲੀ ਆ ਕੇ ਅਸੀਂ ਉਹਦੇ ਨਾਲ ਗੱਲਬਾਤ ਕਰਨ ਲਈ ਵੀ ਤਿਆਰ ਹਾਂ, ਪਰ ਜੇ ਕਿਸੇ ਨੇ ਨਹੀਂ ਕੀਤਾ, ਘੱਟੋ ਘੱਟ ਉਹਨੂੰ ਇਹ ਵੀ ਜ਼ਰੂਰ ਕਲੀਅਰ ਕਰਨਾ ਚਾਹੀਦਾ ਕਿ ਜੇ ਭਗਤ ਸਿੰਘ ਦੇ ਨਾਂ ਤੇ ਕੋਈ ਕਾਨੂੰਨ ਬਣਾਉਣ ਦੀ ਗੱਲ ਆਈ ਸੀ ਤੇ ਉਹਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਕੋਈ ਬੋਲਿਆ ਇਸ ਤੇ ਗੱਲ ਦੇ ਲਈ। ਸੁਖਜਿੰਦਰ ਜੀ, ਤੁਸੀਂ ਇਹ ਗੱਲਾਂ ਬਾਤਾਂ ਕੀਤੀਆਂ, ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਵੀ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਬੇਸ਼ੱਕ ਗੱਲ ਚੱਲੀ ਹੈ, ਹਾਲੇ ਤੱਕ ਗੱਲ ਚੱਲੀ ਆ ਸ਼ਹੀਦ ਭਗਤ ਸਿੰਘ ਦੇ ਨਾਂ ਦੀ। ਭਗਵੰਤ ਮਾਨ ਹੁਣੀ ਵੀ ਮੁੜ ਕੇ ਇਹ ਗੱਲ ਕਹਿ ਰਹੇ ਆ, ਕਹਿੰਦੇ ਕਿ ਜਿਹੜੀ ਗੱਲ 70 ਸਾਲ ਪਹਿਲਾਂ 75 ਸਾਲ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ, ਇੰਪਲੀਮੈਂਟ ਹੋ ਜਾਣੀ ਚਾਹੀਦੀ ਸੀ, ਉਹ ਤਾਂ ਹਾਲੇ ਗੱਲ ਤੁਰੀ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਜਿੱਥੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ, ਉਹ ਕਿਹੋ ਜਿਹਾ ਇਨਕਲਾਬ ਹੋਏਗਾ। ਤੇ ਅੱਜ ਖਾਸ ਤੌਰ ਤੇ ਤੁਸੀਂ ਸਾਡੇ ਨਾਲ ਇਹ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਸਵਾਲ ਤੇ ਕੁਝ ਖਿਆਲ ਸ਼ਹੀਦ ਆਜ਼ਮ ਭਗਤ ਸਿੰਘ ਬਾਰੇ ਕੁਝ ਗੱਲਾਂ ਕੀਤੀਆਂ, ਤੇ ਇਹ ਜਿਹੜੇ ਸਵਾਲ ਨੇ ਆਉਂਦੇ ਸਮੇਂ ਦੇ ਵਿੱਚ ਖਾਸ ਤੌਰ ਤੇ ਲਟਕੇ ਰਹਿਣਗੇ ਪੰਜਾਬ ਦੀ ਉਸ ਸਰਕਾਰ ਦੇ ਲਈ ਜਿਹੜੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਅਸੀਂ ਇਨਕਲਾਬ ਲੈ ਕੇ ਆ ਰਹੇ ਹਾਂ, ਜਾਂ ਇਹ ਨਾ ਹੋਵੇ ਕਿ ਆਉਂਦੇ ਸਮੇਂ ਦੇ ਵਿੱਚ ਭਗਤ ਸਿੰਘ ਸਿਰਫ ਤਸਵੀਰਾਂ ਤੱਕ ਸੀਮਤ ਹੋ ਕੇ ਰਹਿ ਜਾਵੇ। ਕਿਹੋ ਜਿਹਾ ਸਮਾਂ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ। ਅਖੀਰ 'ਚ ਤੁਹਾਡੇ ਲਈ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਇਹ ਜਿਹੜੀ ਵੀਡੀਓ ਹੈ ਬਾਕੀ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਕਰਿਓ ਤਾਂ ਕਿ ਇਹ ਗੱਲਬਾਤ ਅਗਾਂਹ ਤੁਰਦੀ ਰਹਿ ਸਕੇ। ਮੈਨੂੰ ਦਿਓ ਇੱਥੇ ਇਜਾਜ਼ਤ। ਸ਼ੁਕਰੀਆ।